ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਨ ਜੀ ਹਿਰਦੇ ਸ੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋ ਸ੍ਰੀ ਹਰਿ ਕ੍ਰਿਸ਼ਨ ਨਾਮ ਬਹੋ। ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਾਰੇ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਈ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੂਰ ਦੇਸ਼ ਤੇ ਇੱਕ ਗਜ ਆਇਵ ਕਾਹੂ ਨ੍ਰਿਪ ਨੇ ਭੇਟ ਚੜਾਇਵ। ਸੁੰਦਰ ਮਹਾ ਬਿਸਤ ਜਿਸ ਰੰਗ ਗੁਣ ਸਮਦਾਇਨ ਸਹਿਤ ਮਤੰਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਆਪਣਾ ਸੀਸ ਝੁਕਾਈਏ। ਸਤਵੇਂ ਪਾਤਸ਼ਾਹ ਜੀ ਦੀ ਕਥਾ ਨਾਲ ਜੁੜ ਜਾਈਏ। ਕੀਰਤਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਸਾਹਿਬ ਸੰਗਤਾਂ ਦਾ ਬੇੜਾ ਪਾਰ ਲਾ ਰਹੇ ਹਨ। ਸੰਗਤਾਂ ਨੂੰ ਜਪ ਤਪ ਸੇਵਾ ਸਿਮਰਨ ਬੰਦਗੀ ਦੇ ਲੜ ਲਾ ਕੇ ਮਹਾਰਾਜ ਮੁਕਤੀ ਦਾ ਮਾਰਗ ਖੋਲ੍ਹ ਰਹੇ ਹਨ। ਜੈਸੀ ਜੈਸੀ ਕਿਸੇ ਸਿੱਖ ਦੀ ਅਵਸਥਾ ਹੈ, ਕਿਉਂਕਿ ਸਾਰਿਆਂ ਦੀ ਇੱਕੋ ਜਿਹੀ ਇੱਛਾ ਨਹੀਂ ਹੁੰਦੀ, ਸਾਰਿਆਂ ਦੀ ਇੱਕੋ ਜਿਹੀ ਭਾਵਨਾ ਨਹੀਂ ਹੁੰਦੀ, ਸਾਰਿਆਂ ਕੋਲ ਇੱਕੋ ਜਿਹੀ ਮੰਗ ਨਹੀਂ ਹੁੰਦੀ। ਕਿਸੇ ਦੀ ਮੰਗ ਤਾਂ ਹੈ ਸੰਸਾਰੀ ਪਦਾਰਥਾਂ ਦੀ, ਕੋਈ ਨਾਮ ਦੀ ਦਾਤ ਮੰਗਦਾ ਹੈ, ਕੋਈ ਬ੍ਰਹਮ ਗਿਆਨ ਮੰਗਦਾ ਹੈ, ਕੋਈ ਸੇਵਾ ਦਾ ਅਧਿਕਾਰੀ ਹੈ, ਕੁਝ ਸਿਮਰਨ ਦਾ ਅਧਿਕਾਰੀ ਹੈ, ਕੋਈ ਗਿਆਨ ਦਾ ਅਧਿਕਾਰੀ ਹੈ। ਜੈਸੀ ਜੈਸੀ ਸਿੱਖਾਂ ਦੀ ਅਵਸਥਾ ਹੈ, ਉਹਨਾਂ ਨੂੰ ਮਹਾਰਾਜ ਉਸੇ ਤਰ੍ਹਾਂ ਉਪਦੇਸ਼ ਦੇ ਕੇ ਮੁਕਤੀ ਦਾ ਮਾਰਗ ਦੱਸ ਰਹੇ ਹਨ। ਆਓ ਇਸ ਤੋਂ ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ। ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੂਰ ਦੇਸ਼ ਤੇ ਇੱਕ ਗਜ ਆਇਵ। ਕਹਿੰਦੇ ਦੂਰ ਦੇਸ਼ ਤੋਂ ਕਿਸੇ ਰਾਜੇ ਨੇ ਗੁਰੂ ਸਾਹਿਬ ਵਾਸਤੇ ਇੱਕ ਹਾਥੀ ਭੇਜਿਆ ਹੈ। ਕਾਹੂ ਨ੍ਰਿਪ ਨੇ ਭੇਟ ਚੜਾਇਵ। ਇਹ ਕਿਸੇ ਰਾਜੇ ਨੇ ਭੇਟਾ ਚੜਾਇਆ। ਕੋਈ ਬਾਹਰਲੇ ਦੇਸ਼ ਦਾ ਕੋਈ ਰਾਜਾ ਗੁਰੂ ਘਰ ਦਾ ਸ਼ਰਧਾਲੂ ਸੀ। ਉਸ ਨੂੰ ਗੁਰੂ ਘਰ ਦੀ ਮਹਿਮਾ ਦਾ ਗਿਆਨ ਸੀ। ਉਸ ਨੇ ਅਰਦਾਸ ਕੀਤੀ ਕਿ ਮਹਾਰਾਜ ਮੇਰਾ ਇਹ ਕਾਰਜ ਪੂਰਾ ਹੋ ਜਾਵੇ ਤੇ ਮੈਂ ਹਾਥੀ ਭੇਟਾ ਕਰਾਂਗਾ। ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਕਬੂਲ ਹੋਈ।
ਉਸ ਰਾਜੇ ਦਾ ਕਾਰਜ ਰਾਸ ਹੋ ਗਿਆ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਊਹਾਂ ਸੱਚ ਹੋਵੈ। ਇਸ ਖੁਸ਼ੀ ਵਿੱਚ ਰਾਜੇ ਨੇ ਸਤਿਗੁਰੂ ਸਤਵੇਂ ਪਾਤਸ਼ਾਹ ਲਈ ਇੱਕ ਬੜਾ ਸੁੰਦਰ ਹਾਥੀ ਭੇਜਿਆ ਹੈ। ਸੁੰਦਰ ਮਹਾ ਬਿਸਤ ਜਿਸ ਰੰਗ, ਕਹਿੰਦੇ ਬੜਾ ਹੀ ਸੋਹਣਾ ਹਾਥੀ, ਚਿੱਟੇ ਰੰਗ ਦਾ ਹਾਥੀ। ਬਹੁਤ ਘੱਟ ਮਿਲਦਾ ਸਾਧ ਸੰਗਤ ਜੀ ਚਿੱਟਾ ਹਾਥੀ, ਪਰ ਇਹ ਗੁਰੂ ਸਾਹਿਬ ਵਾਸਤੇ ਜਿਹੜਾ ਉਸ ਰਾਜੇ ਨੇ ਹਾਥੀ ਭੇਜਿਆ ਚਿੱਟੇ ਰੰਗ ਦਾ ਸੀ। ਗੁਣ ਸਮੁਦਾਇਨ ਸਹਤ ਮਤੰਗ, ਔਰ ਇਹਦੇ 'ਚ ਬਹੁਤ ਸਾਰੇ ਗੁਣ ਸਨ। ਇਹ ਹਾਥੀ ਬਹੁਤ ਸਾਰੀ ਵਿਦਿਆ, ਕਿਉਂਕਿ ਹਾਥੀ ਵੈਸੇ ਇਨਸਾਨ ਦੇ ਨੇੜੇ ਦਿਮਾਗ ਰੱਖਦਾ ਹੈ, ਬਹੁਤ ਸਿਆਣਾ ਜਾਨਵਰ ਮੰਨਿਆ ਜਾਂਦਾ ਹੈ। ਕਹਿੰਦੇ 50 60 70 ਸਾਲ ਪਿੱਛੋਂ ਵੀ ਜੇ ਕੋਈ ਬੰਦਾ ਇਸ ਨੂੰ ਮਿਲੇ ਉਹਨੂੰ ਪਛਾਣ ਲੈਂਦਾ ਹੈ। ਹਾਲਾਂਕਿ ਇੰਨਾ ਚਿਰ ਬਾਅਦ ਬੰਦਾ ਬੰਦੇ ਨੂੰ ਨਹੀਂ ਪਛਾਣ ਸਕਦਾ, ਪਰ ਹਾਥੀ ਇੰਨੇ ਸਾਲਾਂ ਬਾਅਦ ਪਛਾਣ ਲੈਂਦਾ ਵੀ ਇਹ ਫਲਾਣਾ ਆਦਮੀ ਹੈ। ਜੇ ਕਿਸੇ ਨਾਲ ਪ੍ਰੇਮ ਹੋਵੇ ਤੇ ਪ੍ਰੇਮ ਦਾ ਪ੍ਰਗਟਾਵਾ ਕਰਦਾ ਹੈ, ਜੇ ਵੈਰ ਹੋਵੇ ਤੇ ਵੈਰ ਦਾ ਵੀ ਫਿਰ ਬਦਲਾ ਲੈ ਲੈਂਦਾ ਹੈ। ਇਸ ਤਰ੍ਹਾਂ ਹਾਥੀ ਬਹੁਤ ਸਿਆਣਾ ਜਾਨਵਰ ਹੈ। ਉਹ ਹਾਥੀ ਜਿਹੜਾ ਗੁਰੂ ਸਾਹਿਬ ਵਾਸਤੇ ਭੇਜਿਆ ਗਿਆ, ਉਹ ਤਾਂ ਬਹੁਤ ਹੀ ਸਿਆਣਾ ਸਮਝਦਾਰ ਹਾਥੀ ਸੀ। ਸਤਿਗੁਰ ਨਿਕਟ ਰਹਿ ਬਲਵੰਤਾ, ਉਹ ਬੜਾ ਬਲੀ ਹਾਥੀ ਸੀ ਤੇ ਸੁੰਦਰ ਵੀ ਬੜਾ ਸੀ। ਗੁਣ ਵੀ ਉਹਨੂੰ ਬਹੁਤ ਸਨ, ਸਿੱਖਿਆ ਵੀ ਬਹੁਤ ਕੁਝ ਸੀ। ਗੁਰੂ ਸਾਹਿਬ ਦੇ ਕੋਲ ਕੀਰਤਪੁਰ ਸਾਹਿਬ ਰਹਿੰਦਾ ਹੈ। ਕਿਸ ਗਜ ਕੋ ਭਾਵ ਬਿਦਤ ਬਰਤੰਤਾ, ਕਦੀ ਕਦੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਹਾਥੀ ਦੀ ਸਵਾਰੀ ਵੀ ਕਰਦੇ, ਸੰਗਤਾਂ ਨੂੰ ਹਾਥੀ ਤੇ ਬਹਿ ਕੇ ਦਰਸ਼ਨ ਦਿੰਦੇ। ਕਦੀ ਸੈਰ ਸ਼ਿਕਾਰ ਨੂੰ ਚਲੇ ਜਾਂਦੇ ਹਾਥੀ ਨੂੰ ਲੈ ਕੇ। ਇਸ ਹਾਥੀ ਦੀ ਚਰਚਾ ਪਹਾੜੀ ਇਲਾਕਿਆਂ ਵਿੱਚ ਫੈਲ ਗਈ। ਕੀਰਤਪੁਰ ਸਾਹਿਬ, ਰੋਪੜ, ਨਾਲਾਗੜ੍ਹ, ਕਹਿਲੂਰ ਦੀ ਰਿਆਸਤ, ਪਹਾੜ ਦੀਆਂ ਰਿਆਸਤਾਂ 22 ਧਾਰ ਦੀਆਂ, ਹੌਲੇ ਹੌਲੇ ਸਾਰੇ ਪਾਸੇ ਖਬਰ ਫੈਲੀ ਵੀ ਸਤਵੇਂ ਪਾਤਸ਼ਾਹ ਹਜ਼ੂਰ ਦੇ ਕੋਲ ਇੱਕ ਹਾਥੀ ਹੈ, ਜਿਹੜਾ ਕਿਸੇ ਰਾਜੇ ਮਹਾਰਾਜੇ ਕੋਲ, ਕਿਸੇ ਬਾਦਸ਼ਾਹ ਕੋਲ ਵੀ ਨਹੀਂ ਹੈ। ਜਹ ਕਹਿ ਸੁਨਿਓ ਗਨਿਓ ਗਨਨੀਕੋ, ਜਿੱਥੇ ਕਿਥੇ ਉਸ ਹਾਥੀ ਦੇ ਗੁਣਾਂ ਦੀ ਚਰਚਾ ਹੋ ਰਹੀ ਹੈ। ਇਹ ਸੁਣਿਆ ਜਾ ਰਿਹਾ ਹੈ, ਦੱਸਿਆ ਜਾ ਰਿਹਾ ਹੈ ਕਿ ਗੁਰੂ ਸਾਹਿਬ ਦੇ ਕੋਲ ਇੱਕ ਹਾਥੀ ਹੈ ਜਿਹਦੇ 'ਚ ਬਹੁਤ ਹੀ ਗੁਣ ਹਨ, ਬੜਾ ਸਿਆਣਾ ਹਾਥੀ ਹੈ। ਕੇਚਤ ਆਵਹਿ ਪਿਖਨ ਕਿਸੀ ਕੋ, ਕਈ ਲੋਕ ਉਸ ਹਾਥੀ ਨੂੰ ਵੇਖਣ ਵਾਸਤੇ ਸਪੈਸ਼ਲ ਆਉਂਦੇ ਸਨ। ਹੋਰ ਕੋਈ ਕੰਮ ਨਾ ਹੋਵੇ ਤਾਂ ਵੀ ਕੀਰਤਪੁਰ ਸਾਹਿਬ ਜਾਣਾ, ਗੁਰੂ ਸਾਹਿਬ ਦਾ ਹਾਥੀ ਵੇਖ ਕੇ ਆਉਣਾ। ਜਿਹੜੇ ਗੁਰੂ ਕੇ ਸਿੱਖ ਪ੍ਰੇਮੀ ਹਨ ਉਹ ਤਾਂ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਹੀ ਨੇ। ਜਿਹੜੇ ਗੁਰੂ ਸਾਹਿਬ ਦਾ ਦਰਸ਼ਨ ਕਰਦੇ, ਹਾਥੀ ਦੇ ਦਰਸ਼ਨ ਵੀ ਕਰਦੇ ਹੀ ਨੇ। ਪਰ ਕਈ ਲੋਕ ਜਿਹੜੇ ਨੇ ਸਿਰਫ ਹਾਥੀ ਦੇ ਦਰਸ਼ਨਾਂ ਨੂੰ ਹੀ ਆਉਂਦੇ, ਆਪੋ ਆਪਣੀ ਭਾਵਨਾ ਦੇ ਮੁਤਾਬਕ। ਬਹੁਤ ਦੁਨੀਆ ਇਸ ਹਾਥੀ ਦੇ ਦਰਸ਼ਨ ਕਰਦੀ ਹੈ। ਵਿੱਚ ਕਹਿਲੂਰ ਹਤੋ ਬੜ ਰਾਜਾ, ਕਹਿਲੂਰ ਦੇ ਵਿੱਚ ਉਦੋਂ ਇੱਕ ਰਾਜਾ ਰਾਜ ਕਰਦਾ ਸੀ। ਇਹ ਕਹਿਲੂਰ ਰਿਆਸਤ ਹੈ ਸਾਧ ਸੰਗਤ ਜੀ, ਪਹਾੜੀ ਰਾਜਿਆਂ ਦੀ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਕਹਿਲੂਰ ਦਾ ਰਾਜਾ ਭੀਮ ਚੰਦ ਤੇ ਅਜਮੇਰ ਚੰਦ ਪਿਓ ਪੁੱਤਰ ਹੋਏ ਨੇ। ਅਜਮੇਰ ਚੰਦ ਭੀਮ ਚੰਦ ਦਾ ਪੁੱਤਰ ਸੀ। ਭੀਮ ਚੰਦ ਤੇ ਅਜਮੇਰ ਚੰਦ ਦੋਵੇਂ ਪਿਓ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੈਰੀ ਬਣੇ ਰਹੇ, ਦੁਸ਼ਮਣ ਬਣੇ ਰਹੇ ਸਾਰੀ ਉਮਰ। ਭੀਮ ਚੰਦ ਦਾ ਪਿਤਾ ਸੀ ਦੀਪ ਚੰਦ ਤੇ ਦੀਪ ਚੰਦ ਦਾ ਪਿਓ ਸੀ ਤਾਰਾ ਚੰਦ। ਤਾਰਾ ਚੰਦ ਨੂੰ 6ਵੇਂ ਪਾਤਸ਼ਾਹ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਾ ਕੇ ਲਿਆਏ ਸਨ 52 ਰਾਜਿਆਂ ਦੇ ਨਾਲ। ਇਹ ਉੱਥੇ ਕੈਦੀ ਸੀਗਾ। ਉਹਦਾ ਪੁੱਤਰ ਸੀ ਦੀਪ ਚੰਦ। ਉਹ ਉਸ ਵੇਲੇ ਰਾਜ ਕਰਦਾ ਸੀ ਜਦੋਂ 7ਵੇਂ ਪਾਤਸ਼ਾਹ ਜੀ ਮਹਾਰਾਜ ਦਾ ਸਮਾਂ ਸੀ। ਰਹਿ ਸੰਗ ਬਹੁ ਸੈਨ ਸਮਾਜਾ, ਰਾਜੇ ਦੀਪ ਚੰਦ ਕੋਲ ਬੜੀ ਫੌਜ, ਹਾਥੀ ਘੋੜੇ ਲਾਓ ਲਸ਼ਕਰ ਸੀ। 22 ਧਾਰ ਦੀਆਂ 22 ਰਿਆਸਤਾਂ ਹਨ ਪਹਾੜ ਦੀਆਂ। ਉਹਨਾਂ ਵਿੱਚੋਂ ਵੱਡਾ ਰਾਜਾ ਇਹ ਕਹਿਲੂਰ ਦਾ ਹੀ ਰਾਜਾ ਮੰਨਿਆ ਜਾਂਦਾ ਸੀ। ਦੁਤੀਏ ਹੰਡੂਰੀ ਮਿਲਿਓ ਨਰਿੰਦ, ਸਾਧ ਸੰਗਤ ਜੀ ਦੂਜਾ ਰਾਜਾ ਜਿਹੜਾ ਸੀ ਹੰਡੂਰ ਦਾ ਸੀ, ਹੰਡੂਰੀਆ ਰਾਜਾ। ਇੱਕ ਸੀ ਕਹਿਲੂਰੀਆ
ਇੱਕ ਸੀ ਹੰਡੂਰੀਆ। ਇਹਨਾਂ ਦੋਵਾਂ ਰਾਜਿਆਂ ਦੇ ਮਨ ਵਿੱਚ ਹਮੇਸ਼ਾ ਹੰਕਾਰ ਈਰਖਾ ਭਰੀ ਰਹੀ ਹੈ। ਇਹ ਰਾਜੇ ਹੰਕਾਰੀ ਕਿਸਮ ਦੇ ਸਨ। ਇੱਕ ਗ੍ਰੰਥ ਫਾਰਸੀ ਵਿੱਚ ਲਿਖਿਆ ਹੈ ਖੁਲਾਸਤੂ ਤਵਾਰੀਖ, ਸੁਜਾਨ ਰਾਏ ਭੰਡਾਰੀ ਬਟਾਲਾ ਨਿਵਾਸੀ ਨੇ, ਉਹਨੇ ਵੀ ਜ਼ਿਕਰ ਕੀਤਾ ਵੀ ਕਹਿਲੂਰ ਦਾ ਰਾਜਾ ਆਪਣੀ ਪਹਾੜਾਂ ਦੀ ਧਾਰ ਕਰਕੇ, ਆਪਣੇ ਉੱਚੇ ਕਿਲਿਆਂ ਕਰਕੇ, ਮੋਰਚੇਬੰਦੀ ਕਰਕੇ ਦਿੱਲੀ ਦੇ ਬਾਦਸ਼ਾਹ ਨੂੰ ਵੀ ਕੁਛ ਨਹੀਂ ਸਮਝਦਾ ਅਤੇ ਉਹਦੇ ਕੋਲੋਂ ਆਕੀ ਹੋ ਕੇ ਰਹਿੰਦਾ ਹੈ। ਬਹੁਤ ਮੁਸ਼ਕਲ ਨਾਲ ਦਿੱਲੀ ਦਰਬਾਰ ਨੂੰ ਟੈਕਸ ਦਿੰਦਾ ਹੈ। ਤਾਰਾ ਚੰਦ ਵੀ ਇਸੇ ਕਰਕੇ ਆਕੀ ਸੀ। ਜਹਾਂਗੀਰ ਨੂੰ ਉਸਨੇ ਕਈ ਸਾਲ ਟੈਕਸ ਨਹੀਂ ਸੀ ਦਿੱਤਾ, ਪਰਵਾਹ ਨਹੀਂ ਸੀ ਕਰਦਾ। ਜੇ ਕੋਈ ਆਉਂਦਾ ਸੀ ਬਾਦਸ਼ਾਹ ਦਾ ਨੁਮਾਇੰਦਾ ਤਾਂ ਉਹਨੂੰ ਟਾਲ ਦਿੰਦਾ ਸੀ। ਇਸੇ ਕਰਕੇ ਜਹਾਂਗੀਰ ਨੇ ਤਾਰਾ ਚੰਦ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਕੀਤਾ ਸੀ, ਜਿਹੜਾ ਗੁਰੂ ਮਹਾਰਾਜ 6ਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਛੁਡਾ ਕੇ ਲਿਆਏ ਸਨ। ਤਾਰਾ ਚੰਦ ਦਾ ਪੁੱਤਰ ਦੀਪ ਚੰਦ ਵੀ ਹੰਕਾਰੀ ਕਿਸਮ ਦਾ ਰਾਜਾ ਸੀ। ਕਰਤ ਪਰਸਪਰ ਅਨੰਦ ਬਿਲੰਦ। ਇਹਨਾਂ ਦੋਵਾਂ ਰਾਜਿਆਂ ਕੋਲ, ਹੰਡੂਰੀ ਰਾਜੇ ਕੋਲ, ਕਹਿਲੂਰੀ ਰਾਜੇ ਕੋਲ ਫੌਜਾਂ ਵੀ ਜ਼ਿਆਦਾ ਸਨ। ਧਨ ਪਦਾਰਥ ਮਾਇਆ ਦੀ ਵੀ ਕਮੀ ਕੋਈ ਨਹੀਂ ਸੀ। ਫੌਜਾਂ ਸਨ, ਕਿਲੇ ਸਨ ਤੇ ਬੜੀਆਂ ਮੌਜਾਂ ਕਰਦੇ ਸਨ। ਸ਼੍ਰੀ ਗੁਰ ਬਸਹ ਹਮਾਰੇ ਦੇਸ਼। ਤੇ ਦਿਲ ਵਿੱਚ ਮਾੜੀ ਭਾਵਨਾ ਆ ਗਈ। ਪਹਿਲਾਂ ਤਾਂ ਲੈ ਕੇ ਆਏ ਸੀ, ਇਹਦਾ ਜਿਹੜਾ ਸਾਧ ਸੰਗਤ ਜੀ ਦੀਪ ਚੰਦ ਦਾ ਪਿਓ ਸੀ ਤਾਰਾ ਚੰਦ, ਉਹ ਮਰ ਗਿਆ ਸੀਗਾ। ਤੇ ਉਹਦੀ ਘਰ ਵਾਲੀ ਜਿਹੜੀ ਸੀ ਰਾਜ ਮਾਤਾ ਕਹਿੰਦੇ ਸੀ ਉਹਨੂੰ, ਦੀਪ ਚੰਦ ਦੀ ਮਾਤਾ, ਉਹਨੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ, ਬਾਬਾ ਗੁਰਦਿੱਤਾ ਜੀ ਨੂੰ ਬੇਨਤੀ ਵੀ ਕੀਤੀ ਸੀ ਵੀ ਇੱਥੇ ਤੁਸੀਂ ਨਗਰ ਵਸਾਓ ਸਾਡੇ ਨੇੜੇ ਆ ਕੇ। ਗੁਰੂ ਸਾਹਿਬ ਉਦੋਂ 6ਵੇਂ ਪਾਤਸ਼ਾਹ ਜੀ ਇੱਥੇ ਆਏ, ਬਾਬਾ ਗੁਰਦਿੱਤਾ ਜੀ ਨੇ ਨਗਰ ਵਸਾਇਆ ਕੀਰਤਨਪੁਰ ਸਾਹਿਬ। ਕੀਰਤਨਪੁਰ ਸਾਹਿਬ ਤੋਂ 30 ਸਾਲ ਬਾਅਦ, ਲਗਭਗ 35 ਸਾਲ ਬਾਅਦ ਅਨੰਦਪੁਰ ਸਾਹਿਬ ਵਸਿਆ। ਉਹ ਵੀ ਰਾਜਾ ਦੀਪ ਚੰਦ ਦੇ ਭੋਗ 'ਤੇ ਜਦੋਂ ਮਹਾਰਾਜ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ 9ਵੇਂ ਪਾਤਸ਼ਾਹ, ਤਾਂ ਦੀਪ ਚੰਦ ਦੀ ਮਾਤਾ ਨੇ, ਤਾਰਾ ਚੰਦ ਦੀ ਘਰ ਵਾਲੀ ਨੇ ਮਹਾਰਾਜ 9ਵੇਂ ਪਾਤਸ਼ਾਹ ਨੂੰ ਹੋਰ ਬੇਨਤੀ ਕੀਤੀ, ਮਹਾਰਾਜ ਇਹ ਜ਼ਮੀਨ ਵੀ ਲੈ ਲਓ ਅਤੇ ਇੱਥੇ ਇੱਕ ਹੋਰ ਨਗਰ ਵਸਾ ਦਿਓ। ਮਹਾਰਾਜ ਨੇ ਉਹਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਤਾਂ ਬਾਅਦ ਵਿੱਚ ਪਿਆ ਹੈ, ਪਹਿਲਾਂ ਚੱਕ ਮਾਤਾ ਨਾਨਕੀ ਰੱਖ ਕੇ ਅਤੇ ਉੱਥੇ ਨਗਰ ਵਸਾਇਆ ਸੀ। ਸੋ ਉਹ ਜਿਹੜੀ ਰਾਜੇ ਦੀ ਘਰ ਵਾਲੀ ਸੀ ਤਾਰਾ ਚੰਦ ਦੀ, ਉਹ ਕੁਝ ਸਿਆਣੀ ਸੀ, ਬਜ਼ੁਰਗ ਹੋ ਚੁੱਕੀ ਸੀ ਅਤੇ ਗੁਰੂ ਘਰ ਦਾ ਅਹਿਸਾਨ ਮੰਨਦੀ ਸੀ। ਉਹਦਾ ਪੁੱਤਰ ਦੀਪ ਚੰਦ, ਉਹ ਕੁਝ ਹੰਕਾਰੀ ਕਿਸਮ ਦਾ ਰਾਜਾ ਸੀ। ਮਨ ਦੇ ਵਿੱਚ ਖਿਆਲ ਆਇਆ ਵੀ ਗੁਰੂ ਹਰ ਰਾਏ ਸਾਹਿਬ ਜੀ ਸਾਡੇ ਗੁਆਂਢੀ ਵਸਦੇ ਹਨ, ਕਈ ਸਾਲ ਹੋ ਗਏ ਇਹਨਾਂ ਨੂੰ ਰਹਿੰਦਿਆਂ ਨੂੰ, ਇਹਨਾਂ ਨੇ ਸਾਨੂੰ ਕਦੀ ਕੁਝ ਦਿੱਤਾ ਨਹੀਂ। ਹਾਲਾਂਕਿ ਰਾਜਿਆਂ ਦਾ ਫਰਜ਼ ਬਣਦਾ ਵੀ ਗੁਰੂ ਘਰ ਦੀ ਸੇਵਾ ਕਰਨ, ਪਰ ਗੁਰੂ ਘਰ ਦੀ ਮਾਇਆ, ਗੁਰੂ ਘਰ ਦੀ ਸ਼ੋਹਰਤ, ਗੁਰੂ ਘਰ ਦਾ ਐਸ਼ਵਰਜ ਵੇਖ ਕੇ ਰਾਜੇ ਬੇਈਮਾਨ ਹੋ ਗਏ ਵੀ ਗੁਰੂ ਘਰ ਸਾਨੂੰ ਟੈਕਸ ਦੇਵੇ, ਅਸੀਂ ਗੁਰੂ ਘਰ ਤੋਂ ਟੈਕਸ ਲੈਣਾ। ਹਾਂਜੀ, ਤਿਨਕੇ ਨਿਕਟ ਮਤੰਗ ਵਿਸ਼ੇਸ਼। ਕਹਿੰਦੇ ਵੀ ਉੱਦਾਂ ਦੇ ਟੈਕਸ ਦਿੰਦੇ ਨਹੀਂ, ਪੈਸਾ ਤਾਂ ਦਿੰਦੇ ਨਹੀਂ, ਗੁਰੂ ਨੇ ਬਹਾਨਾ ਕਰਨਗੇ ਵੀ ਸਾਡੇ ਕੋਲ ਹੈ ਨਹੀਂ। ਉਹਨਾਂ ਕੋਲ ਇੱਕ ਹਾਥੀ ਬੜਾ ਵਧੀਆ ਹੈ, ਹਾਥੀ ਬੜਾ ਸੋਹਣਾ ਹੈ, ਨਹੀਂ ਆਪ ਤੇ ਦੇਵ ਹਕੋ, ਤੇ ਉਹ ਆਪਣੇ ਆਪ ਤੇ ਕੋਈ ਦਿੰਦਾ ਨਹੀਂ ਹੁੰਦਾ। ਹਾਥੀ ਜਾਂ ਕੋਈ ਵੀ ਚੀਜ਼ ਚੰਗੀ ਕਿਸੇ ਕੋਲ ਹੋਵੇ, ਉਹ ਤੇ ਖੋਹਣੀ ਪੈਂਦੀ ਹੈ, ਕਿਸੇ ਤਰੀਕੇ ਨਾਲ ਠੱਗਣੀ ਪੈਂਦੀ ਹੈ, ਡਰਾ ਧਮਕਾ ਕੇ, ਖੋਹ ਕੇ ਤਾਂ ਹੀ ਚੀਜ਼ ਮਿਲਦੀ ਹੈ। ਹਾਥੀ ਗੁਰੂਆਂ ਕੋਲ ਸੋਹਣਾ ਹੈ, ਪਰ ਗੁਰੂ ਨੇ ਦੇਣਾ ਕੋਈ ਨਹੀਂ। ਚੜ੍ਹ ਕੇ ਚਲੋ ਮੰਗ ਲੈ ਸੋ। ਕਹਿੰਦੇ ਆਪਾਂ ਸਾਰੇ ਨਾ ਫੌਜਾਂ ਲੈ ਕੇ ਚੱਲੀਏ ਗੁਰੂ ਦੇ ਕੋਲ, ਸਾਡੀਆਂ ਫੌਜਾਂ ਦਾ ਪ੍ਰਭਾਵ ਪਵੇਗਾ, ਕੋਈ ਡਰ ਪਵੇਗਾ ਗੁਰੂ ਨੂੰ। ਡਰ ਕੇ ਜਦੋਂ ਗੁਰੂ ਥੋੜ੍ਹਾ ਜਿਹਾ ਸਾਡਾ ਪ੍ਰਭਾਵ ਮੰਨੇਗਾ, ਅਸੀਂ ਵੇਖ ਲਾਂਗੇ ਵੀ ਗੁਰੂ ਡਰ ਗਿਆ ਹੈ, ਅਤੇ ਫਿਰ ਗੁਰੂ ਨੂੰ ਕਹਾਂਗੇ ਵੀ ਗੁਰੂ ਜੀ ਇਹ ਹਾਥੀ ਸਾਨੂੰ ਦੇ ਦਿਓ, ਡਰਦਾ ਮਾਰਾ ਦੇਵੇਗਾ। ਹਾਂਜੀ, ਭੇਟ ਹਜ਼ਾਰਾਂ ਨਿਤ ਪ੍ਰਤ ਆਵੈ। ਨਾਲੇ ਗੁਰੂ ਕੋਲ ਕਿਹੜੀ ਕਮੀ ਹੈ, ਗੁਰੂ ਕੋਲ ਹਜ਼ਾਰਾਂ ਰੁਪਈਏ ਰੋਜ਼ ਚੜਾਵਾ ਚੜ੍ਹਦੇ ਆ, ਹਜ਼ਾਰਾਂ ਲੋਕ ਭੇਟਾ ਚੜ੍ਹਾਉਂਦੇ ਹਨ,
बड़ी माया है, बड़ी आमदन है गुरु हराए साहब जी कोल। ਮੇਲਾ ਭਰਿਓ ਰਹਾ ਅਰ ਪਾਵਾ, पर मेला भरिया ही रहिंदा है। ਅਬ ਲਗ ਤਿਨ ਤੇ ਕਛੂ ਨ ਲੀਨੋ। ਅੱਜ ਤੱਕ ਆਪਾਂ ਗੁਰੂਆਂ ਕੋਲੋਂ ਲਿਆ ਵੀ ਕੁਛ ਨਹੀਂ। ਜਦੋਂ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਇਲਾਕੇ 'ਚ ਆਏ ਨੇ, 30-40 ਸਾਲ ਹੋ ਗਏ ਨੇ, ਉਹਨਾਂ ਨੇ ਕਦੀ ਸਾਨੂੰ ਟੈਕਸ ਨਹੀਂ ਦਿੱਤਾ, ਕਦੀ ਪੈਸਾ ਨਹੀਂ ਦਿੱਤਾ। ਹਮਰੇ ਦੇਸ਼ ਬਾਸ ਚਰਕੀਨੋ, ਸਾਡੇ ਦੇਸ਼ 'ਚ ਰਹਿੰਦੇ ਨੇ, ਅਸੀਂ ਦੇਸ਼ ਦੇ ਰਾਜੇ ਹਾਂ। ਪ੍ਰਜਾ ਦਾ ਫਰਜ਼ ਹੁੰਦਾ ਵੀ ਰਾਜੇ ਨੂੰ ਕੁਛ ਨਾ ਕੁਛ ਦੇਵੇ। ਜਿਹੜੀ ਪ੍ਰਜਾ ਹੈ ਉਹ ਟੈਕਸ ਦਿੰਦੀ ਹੈ ਅਤੇ ਰਾਜੇ ਦਾ ਕੰਮ ਤਾਂ ਹੀ ਚੱਲਦਾ ਹੈ। ਸੋ ਆਪਾਂ ਗੁਰੂ ਹਰਗੋਬਿੰਦ ਸਾਹਿਬ ਦੇ ਪਰਿਵਾਰ ਕੋਲੋਂ, ਗੁਰੂ ਹਰਿਰਾਏ ਸਾਹਿਬ ਕੋਲੋਂ ਹਾਥੀ ਲੈ ਲਈਏ। ਇਮ ਮਸਲਤ ਜਗ ਰਾਜੇ ਕਰਕੇ, ਇੱਦਾਂ ਦੋਵਾਂ ਰਾਜਿਆਂ ਨੇ ਆਪਸ ਵਿੱਚ ਸਲਾਹ ਕੀਤੀ। ਮੰਦਮਤੀ ਲਾਲਚ ਕੋ ਧਰ ਕੇ, ਮਾੜੀ ਮੱਤ ਵਾਲੇ, ਖੋਟੀ ਬੁੱਧੀ ਵਾਲੇ ਰਾਜੇ ਕਹਿਲੂਰ ਤੇ ਹੰਡੂਰ ਦੇ ਦੋਵੇਂ ਰਾਜੇ ਇਕੱਠੇ ਹੋਏ ਸੈਨ ਸਕੇਲ ਦਿਖਾਵਨ ਕਾਰਨ, ਤੇ ਆਪਣੀਆਂ ਫੌਜਾਂ ਨਾਲ ਲੈ ਲਈਆਂ। ਫੌਜਾਂ ਕਿਉਂ ਇਕੱਠੀਆਂ ਕੀਤੀਆਂ? ਵੀ ਗੁਰੂ ਨੂੰ ਡਰ ਪੈ ਜਾਵੇ ਵੀ ਰਾਜੇ ਫੌਜਾਂ ਦੇ ਸਮੇਤ ਆਏ ਨੇ, ਜੇ ਨਾ ਕਰਾਂਗੇ ਤਾਂ ਕਿਤੇ ਲੜਾਈ ਨਾ ਹੋ ਜਾਵੇ। ਕਿਉਂਕਿ ਦੁਨੀਆ ਫੌਜ ਤੋਂ, ਹਥਿਆਰਾਂ ਤੋਂ ਡਰਦੀ ਹੈ। ਗੁਰੂ ਵੀ ਡਰ ਕੇ ਸਾਨੂੰ ਹਾਥੀ ਦੇ ਦੇਵੇਗਾ। ਇਹਨਾਂ ਪਹਾੜੀ ਰਾਜਿਆਂ ਨੇ ਆਉਣ ਲੱਗਿਆਂ ਆਪਣੀ ਫੌਜ ਵੀ ਨਾਲ ਲਿਆਂਦੀ ਹੈ। ਲੈ ਕਰ ਚੜੇ ਨਾ ਕੀਨ ਵਿਚਾਰਨ, ਕੋਈ ਸੋਚ ਵਿਚਾਰ ਨਹੀਂ ਕੀਤੀ। ਕਿਉਂਕਿ ਸਿਆਣਾ ਬੰਦਾ ਸੋਚਦਾ ਹੈ ਵੀ ਮੈਂ ਗੁਰੂ ਘਰ 'ਤੇ ਹਮਲਾ ਕਰ ਰਿਹਾ, ਗੁਰੂ ਘਰ 'ਤੇ ਵਾਰ ਕਰ ਰਿਹਾ। ਸਾਧ ਸੰਗਤ ਜੀ, ਲੜਨ ਨੂੰ ਬੜੀਆਂ ਹੋਰ ਥਾਵਾਂ ਬੜੀਆਂ ਨੇ, ਗੁਰੂ ਘਰ ਲੜਾਈ ਵਾਸਤੇ ਨਹੀਂ ਹੁੰਦਾ। ਜਿਸ ਘਰ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ, ਉਸ ਗੁਰੂ ਦੇ ਅੱਗੇ ਮੱਥਾ ਟੇਕਣਾ ਚਾਹੀਦਾ, ਉਸ ਗੁਰੂ ਨਾਲ ਮੱਥਾ ਲਾਉਣਾ ਨਹੀਂ ਚਾਹੀਦਾ। ਜਿਹੜੇ ਗੁਰੂ ਘਰ ਨਾਲ ਮੱਥਾ ਲਾਉਂਦੇ ਨੇ ਉਹਨਾਂ ਦਾ ਮੱਥਾ ਭੱਜ ਜਾਂਦਾ ਹੈ, ਟੁੱਟ ਜਾਂਦਾ ਹੈ। ਬੜੇ ਬੜੇ ਰਾਜੇ, ਮਹਾਰਾਜੇ, ਵੱਡੇ ਵੱਡੇ ਖੱਬੀ ਖਾਨ, ਸਾਧ ਸੰਗਤ ਜੀ, ਜਹਾਂਗੀਰ ਵਰਗੇ, ਸ਼ਾਹਜਹਾਨ ਵਰਗੇ, ਔਰੰਗਜ਼ੇਬ ਵਰਗੇ ਮੱਥਾ ਲਾ ਕੇ ਆਪਣਾ ਮੱਥਾ ਤੁੜਵਾ ਚੁੱਕੇ। ਇਸ ਕਰਕੇ ਬਾਬੇ ਨਾਨਕ ਦੇ ਘਰ ਨਾਲ ਕਿਸੇ ਨੂੰ ਵੀ, ਭਾਵੇਂ ਕੋਈ ਕਿਸੇ ਧਰਮ ਦਾ ਵੀ ਹੈ, ਕਿਸੇ ਕੌਮ ਦਾ ਹੈ, ਕਿਸੇ ਜਾਤੀ ਦਾ ਹੈ, ਗੁਰੂ ਮਹਾਰਾਜ ਦੇ ਘਰ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ। ਬਲਕਿ ਕੋਈ ਵੀ ਧਰਮ ਸਥਾਨ ਹੈ, ਕੋਈ ਮੰਦਿਰ ਹੈ, ਕੋਈ ਮਸੀਤ ਹੈ, ਕੋਈ ਗੁਰਦੁਆਰਾ ਹੈ, ਜਿੱਥੇ ਬਹਿ ਕੇ ਰੱਬ ਦਾ ਨਾਮ ਲਈਦਾ ਹੈ, ਉਹਦੇ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ। ਦਰਸ਼ਨ ਕੇ ਮਿਸ ਕਰ ਚਲ ਆਏ, ਰਾਜਿਆਂ ਨੇ ਮਨ ਵਿੱਚ ਬੇਈਮਾਨੀ, ਖੋਟ ਰੱਖੀ। ਬਹਾਨਾ ਤਾਂ ਕੀਤਾ ਦਰਸ਼ਨਾਂ ਦਾ, ਵੀ ਅਸੀਂ ਗੁਰੂ ਘਰ ਦਰਸ਼ਨ ਕਰਨ ਚੱਲੇ ਹਾਂ, ਤੇ ਨਾਲ ਫੌਜਾਂ ਲੈ ਆਏ ਵੀ ਤੁਸੀਂ ਦਰਸ਼ਨ ਕਰਨੇ ਤੇ ਸ਼ਰਧਾ ਨਾਲ ਆਓ। ਚਲੋ ਥੋੜ੍ਹੇ 2-4-10 ਬੰਦੇ ਤੁਹਾਡੇ ਨਾਲ ਆ ਜਾਣ, ਉਹ ਤਾਂ ਗੱਲ ਜਚਦੀ ਹੈ, ਬਣਦੀ ਹੈ। ਪਰ ਹਜ਼ਾਰਾਂ ਹਥਿਆਰ, ਘੋੜੇ, ਫੌਜੀ ਇਹ ਲੈ ਕੇ ਆਉਣਾ ਮਤਲਬ ਆਪਣੀ ਤਾਕਤ ਦਿਖਾਣੀ। ਗੁਰੂ ਘਰ ਦੇ ਵਿੱਚ ਦਰਸ਼ਨ ਦੇ ਬਹਾਨੇ ਨਾਲ ਆਏ, ਪਰ ਭਾਵਨਾ ਦਰਸ਼ਨ ਦੀ ਨਹੀਂ ਲੈ ਕੇ ਆਏ। ਕੀਰਤਪੁਰ ਪਹੁੰਚੇ ਹਰ ਖਾਏ, ਔਰ ਰਾਜੇ ਨਗਾਰੇ ਵਜਾਉਂਦੇ ਹੋਏ ਫੌਜਾਂ ਸਮੇਤ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਪਹੁੰਚ ਗਏ। ਨਿਸਮਹ ਡੇਰਾ ਕਰਿਓ ਸੋ ਬਾਸੇ, ਇਹਨਾਂ ਨੇ ਰਾਤ ਨਗਰ ਦੇ ਬਾਹਰ ਖੁੱਲੀ ਥਾਂ ਤੇ ਡੇਰਾ ਕੀਤਾ, ਤੰਬੂ ਲਾ ਲਏ, ਫੌਜਾਂ ਨੇ ਆਪਣੀ ਛਾਉਣੀ ਪਾ ਲਈ। ਦੋਵਾਂ ਪਹਾੜੀ ਰਾਜਿਆਂ ਦੀ ਫੌਜ ਕੀਰਤਪੁਰ ਸਾਹਿਬ ਦੇ ਆਲੇ ਦੁਆਲੇ ਪਸਰ ਗਈ। ਖਾਨ ਪਾਨ ਕਰ ਪਠਿਓ ਸੋ ਪਾਸੇ, ਹੁਣ ਗੁਰੂ ਸਾਹਿਬ ਜੀ ਦੇ ਘਰ ਆਏ ਸਨ। ਗੁਰੂ ਸਾਹਿਬ ਦਾ ਫਰਜ਼ ਸੀ ਲੰਗਰ ਪ੍ਰਸ਼ਾਦੇ ਦੀ ਸੇਵਾ ਕਰਨੀ। ਮਹਾਰਾਜ ਨੇ ਆਪਣੇ ਲਾਂਗਰੀ ਸਿੱਖਾਂ ਨੂੰ ਹੁਕਮ ਦਿੱਤਾ ਵੀ ਵਧੀਆ ਲੰਗਰ ਬਣਾ ਕੇ ਭੇਜੋ। ਰਾਜਿਆਂ ਦੀ ਫੌਜ ਵਾਸਤੇ ਵੀ, ਰਾਜਿਆਂ ਵਾਸਤੇ, ਘੋੜਿਆਂ ਵਾਸਤੇ ਘਾਹ ਪੱਠਾ, ਲੰਗਰ ਦਾ ਸਾਰਾ ਬੰਦੋਬਸਤ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਕਰਵਾ ਭੇਜਿਆ ਹੈ।
उठे प्रात को कर इशनाना, और सवेरे उठे इशनान पान कीता है। वस्त्र शस्त्र जुत होया सब धाना, शस्त्र बस्त्र पहन के सावधान होए ਹਨ। दर्शन हित श्री गुर टिग आए, ਦੋਵੇਂ ਰਾਜੇ ਆਪਣੇ ਪ੍ਰਧਾਨ ਮੰਤਰੀਆਂ ਨੂੰ, ਆਪਣੇ ਸੈਨਾਪਤੀਆਂ ਨੂੰ, ਆਪਣੇ ਯੋਧਿਆਂ ਨੂੰ ਲੈ ਕੇ ਸੱਜ ਧੱਜ ਕੇ ਸਿਰ ਤੇ ਕਲਗੀਆਂ ਲਾਈਆਂ ਹੋਈਆਂ, ਚੋਲੇ ਪਾਏ ਹੋਏ, ਤਲਵਾਰਾਂ ਫੜੀਆਂ ਹੋਈਆਂ ਹੱਥਾਂ ਵਿੱਚ, ਬੜੇ ਵਧੀਆ ਵਧੀਆ ਸ਼ਸਤਰ ਤੇ ਬਸਤਰ, ਹੀਰੇ ਮੋਤੀ ਜਵਾਹਰਾਤ ਪੰਨੇ ਸਬਜੇ ਨੀਲਮ ਪਹਿਨੇ ਹੋਏ ਦੋਵੇਂ ਰਾਜੇ ਪੂਰੀ ਸ਼ਾਨ ਦੇ ਨਾਲ ਆਏ ਹਨ। ਸਪਾਟ ਸੰਗ ਬੜ ਭੀੜ ਸੋ ਲਿਆਏ, ਔਰ ਆਪਣੇ ਨਾਲ ਭੀੜ ਵੀ ਜ਼ਿਆਦਾ ਲੈ ਕੇ ਆਏ, ਆਪਣਾ ਜ਼ੋਰ ਦਿਖਾਉਣ ਲਈ, ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਲਈ। ਕਹਿਲੂਰੀ ਤੇ ਹੰਡੂਰੀ ਦੋਵੇਂ ਹੀ ਰਾਜੇ, ਦੀਪ ਚੰਦ ਜੋ ਕਹਿਲੂਰ ਦਾ ਰਾਜਾ ਤੇ ਹੰਡੂਰ ਦਾ ਰਾਜਾ, ਇਹ ਦੋਵੇਂ ਹੀ ਆਏ ਹਨ। ਆਗਿਆ ਸਤਿਗੁਰ ਬਹਿਰ ਨਿਕਸ ਕੈ, ਅੱਗੇ ਮਹਾਰਾਜ ਜੀ ਵੀ, ਗੁਰੂ ਹਰਿਰਾਏ ਸਾਹਿਬ ਜੀ ਵੀ ਆਪਣੇ ਮਹਿਲਾਂ ਤੋਂ ਬਾਹਰ ਨਿਕਲੇ ਹਨ। ਸਭਾ ਲਗਾਈ ਮਹਾ ਫਰਸ਼ ਕੈ, ਔਰ ਬੜਾ ਵੱਡਾ ਫਰਸ਼ ਵਿਛਾਇਆ, ਜਿੱਥੇ ਅੱਜ ਕੱਲ੍ਹ ਤਖਤ ਸਾਹਿਬ ਹੈ, ਕੋਟ ਸਾਹਿਬ, ਸ੍ਰੀ ਕੀਰਤਪੁਰ ਸਾਹਿਬ, ਉੱਥੇ ਦੀਵਾਨ ਲਾਇਆ ਹੈ ਸਤਿਗੁਰੂ ਜੀ ਨੇ। ਜੋਧਾ ਸੰਤ ਬਦ ਹੋਏ ਸਾਰੇ, ਉੱਥੇ ਸਾਧ ਸੰਗਤ ਜੀ ਮਹਾਰਾਜ ਦੀ ਫੌਜ ਵੀ 2200 ਘੋੜ ਸਵਾਰ ਗੁਰੂ ਹਰਿਰਾਏ ਸਾਹਿਬ ਦੀ ਫੌਜ ਦੇ ਵਿੱਚ ਸਨ। ਸਾਰੇ ਸਨੱਧਬੱਧ ਹੋ ਕੇ, ਕਮਰ ਕਸੇ ਪਹਿਨ ਕੇ, ਸ਼ਸਤਰ ਬਸਤਰ, ਸੀਸ ਤੇ ਦੁਮਾਲੇ ਚੱਕਰ ਖੰਡੇ ਲਾ ਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਆ ਬੈਠੇ ਹਨ ਸੂਰਮੇ। ਬਸਤਰ ਸ਼ਸਤਰ ਭੂਖਨ ਤਨ ਧਾਰੇ, ਸੋਹਣੇ ਸੋਹਣੇ ਬਸਤਰ ਸ਼ਸਤਰ ਯੋਧਿਆਂ ਨੇ ਪਹਿਨੇ ਹਨ। ਸਿਪਰ ਕਿਰਪਾਨਾ ਕੰਚਨ ਖਚੇ, ਮਹਾਰਾਜ ਸੱਚੇ ਪਾਤਸ਼ਾਹ ਦੇ ਸਿਪਾਹੀਆਂ ਨੇ ਢਾਲਾਂ ਤਲਵਾਰਾਂ ਪਹਿਨੀਆਂ, ਤਲਵਾਰਾਂ ਦੇ ਸੁਨਹਿਰੀ ਮੁੱਠੇ ਲਿਸ਼ਕਦੇ ਹਨ। ਤਨ ਇਕ ਦੀ ਸੁੰਦਰ ਬਿਦ ਰਚੇ, ਮਹਾਰਾਜ ਸੱਚੇ ਪਾਤਸ਼ਾਹ ਆਪ ਬਹੁਤ ਸੁੰਦਰ ਤਲਵਾਰ ਗਾਤਰੇ, ਹੀਰੇ ਮੋਤੀ ਜੜੇ ਹੋਏ ਮੁੱਠੇ ਦੇ ਵਿੱਚ ਸੁਨਹਿਰੀ ਮੁੱਠੇ ਵਾਲੀ ਪਹਿਨੀ ਹੈ। ਢਾਲ ਵੀ ਬੜੀ ਸੁੰਦਰ ਸਜਾਈ ਹੈ, ਤੇ ਤੀਰ ਕਮਾਨ ਮੋਢੇ ਤੇ ਬੜਾ ਕੀਮਤੀ ਪੈ ਪਾਇਆ ਹੈ। ਸ਼ਬਦ ਰਬਾਬੀ ਗਾਵਤ ਰਾਗੇ, ਸ਼ਾਸਤਰਾਂ ਨਾਲ ਸਜੇ ਹੋਏ ਗੁਰੂ ਹਰਿਰਾਏ ਸਾਹਿਬ ਜੀ ਸਤਿਗੁਰੂ ਦਰਬਾਰ ਵਿੱਚ ਬੈਠੇ ਨੇ ਤੇ ਰਬਾਬੀ ਗੁਰਬਾਣੀ ਦਾ ਕੀਰਤਨ ਕਰ ਰਹੇ ਨੇ। ਜਿਨ ਕੋ ਸੁਨ ਗੁਰ ਗੁਣ ਅਨੁਰਾਗੇ, ਜਿਨ੍ਹਾਂ ਨੂੰ ਕੀਰਤਨ ਨੂੰ ਸੁਣ ਕੇ ਗੁਰਬਾਣੀ ਦਾ ਰੰਗ ਚੜ੍ਹਦਾ ਹੈ, ਪ੍ਰੇਮ ਜਾਗਦਾ ਹੈ, ਸ਼ਰਧਾ ਭਗਤੀ ਜਾਗਦੀ ਹੈ। ਖਰੋ ਨਕੀਬ ਆਵਾਜ਼ ਪ੍ਰਕਾਸ਼ਿਤ, ਤੇ ਸਾਧ ਸੰਗਤ ਜੀ ਅੱਗੇ ਅੱਗੇ ਨਕੀਬ ਭੱਟ ਖੜੇ ਆਵਾਜ਼ਾਂ ਦਿੰਦੇ, ਅਰਦਾਸਾਂ ਕਰਦੇ ਹਨ। ਗੁਰੂ ਸੁਜਸ ਤੇ ਹਿਰਦਾ ਹੁਲਾਸਤ, ਤੇ ਉਹ ਸਾਰੇ ਗੁਰੂ ਕੇ ਪਿਆਰੇ ਨਕੀਬ ਭੱਟ ਗੁਰੂ ਘਰ ਦੀ ਮਹਿਮਾ ਗਾਇਨ ਕਰਦੇ ਹਨ। ਧੰਨ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਵਡਿਆਈ ਗਾਉਂਦੇ ਹਨ। ਚੋਬਦਾਰ ਕੋ ਗਨ ਹੈ ਖਰੋ, ਚੋਬਦਾਰ ਖੜੇ ਚੋਭਾਂ ਲੈ ਕੇ ਦਰਬਾਰ ਦੀ ਸ਼ੋਭਾ ਵਧਾ ਰਹੇ ਨੇ। ਕੰਚਨ ਦੰਡ ਸੁਹਾਵਤ ਖਰੋ, ਸੋਨੇ ਦੇ ਡੰਡੇ, ਸੋਨੇ ਦੀਆਂ ਚੋਭਾਂ ਉਹਨਾਂ ਦੇ ਹੱਥ ਵਿੱਚ ਸ਼ੋਭਾ ਪਾ ਰਹੀਆਂ ਨੇ। ਖਰੇ ਮੇਵਰੇ ਭੂਖਨ ਸਨੇ, ਔਰ ਮੇਵੜੇ ਸੁੰਦਰ ਗਹਿਣੇ ਤੇ ਬਸਤਰ ਪਹਿਨ ਕੇ ਅਰਦਾਸ ਕਰਨ ਲਈ ਖੜੇ ਹਨ। ਸਿੱਖਿਅਨ ਕੀ ਅਰਦਾਸਨ ਭਨੇ, ਉਹ ਸੰਗਤਾਂ ਦੀਆਂ ਅਰਦਾਸਾਂ ਗੁਰੂ ਦੇ ਚਰਨਾਂ 'ਚ ਕਰ ਰਹੇ ਹਨ। ਕੇਤਕ ਮਖਮਲ ਫਰਸ਼ ਕਰਾਵਾ, ਕਿੰਨਾ ਹੀ ਮਖਮਲੀ ਫਰਸ਼ ਵਿਛਾਇਆ ਹੋਇਆ, ਬੜਾ ਸੁੰਦਰ ਗਲੀਚੇ ਵਿਛੇ ਹਨ। ਚਹੂ ਔਰ ਤੇ ਰੁਚਰ ਸੁਹਾਵਾ, ਚਾਰੇ ਪਾਸਿਓਂ ਦੀਵਾਨ ਹਾਲ ਬੜਾ ਸੁੰਦਰ ਹੈ, ਸ਼ੋਭਨੀਕ ਹੈ। ਗੁਰੂ ਦੇ ਦਰਬਾਰ ਦੀ ਬੜੀ ਸ਼ੋਭਾ ਹੈ। ਬਹੁਤ ਮੋਲ ਕੇ ਵਿਛੇ ਗਲੀਚੇ, ਬੜੇ ਕੀਮਤੀ ਗਲੀਚੇ ਵਿਛੇ ਹਨ। ਜੋਆ ਅਤਰ ਸੁਗੰਧ ਉਲੀਚੇ, ਔਰ ਸੁਗੰਧੀ ਵਾਲੇ ਅਤਰ, ਫੁਲੇਲ, ਚੰਦਨ, ਕੇਸਰ ਦਾ ਛਿੜਕਾਓ ਕੀਤਾ ਹੋਇਆ ਹੈ। ਚੌਹਾਂ ਦਿਸ਼ ਤੇ ਮਹਿਕਾਰ ਉਠੰਤੀ, ਚਾਰੇ ਪਾਸਿਓਂ ਮਹਿਕਾਂ ਆ ਰਹੀਆਂ ਨੇ, ਖੁਸ਼ਬੂ ਆ ਰਹੀ ਹੈ। ਜ਼ਰੀਦਾਰ ਗਾਦੀ ਦਤਵੰਤੀ, ਔਰ ਜਰੀਦਾਰ ਸਾਧ ਸੰਗਤ ਜੀ ਗੱਦੀ
ਮਹਾਰਾਜ ਸਤਿਗੁਰੂ ਗੁਰੂ ਹਰਿ ਸਾਹਿਬ ਜੀ ਦੀ ਲੱਗੀ ਹੈ। ਬੜ ਉਪਧਾਨ ਧਰੇ ਇੱਕ ਔਰੇ, ਉੱਤੇ ਗੋਲ ਸਰਾਣਾ ਰੱਖਿਆ ਹੋਇਆ ਹੈ। ਗੁੰਫੇ ਜ਼ਰੀ ਸੋ ਰੇਸ਼ਮ ਡੋਰੇ, ਗੁੱਛੇ ਜਰੀਦਾਰ ਰੇਸ਼ਮ ਦੇ ਬੜੇ ਸੁੰਦਰ ਡੋਰਾਂ ਨੂੰ ਲੱਗੇ ਹਨ। ਬੈਠੇ ਬੀਚ ਗੁਰੂ ਹਰਿ ਰਾਏ, ਉਸ ਦੀਵਾਨ ਵਿੱਚ ਚਾਨਣੀ ਦੇ ਥੱਲੇ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿ ਸਾਹਿਬ ਜੀ ਸਜੇ ਹਨ। ਕੋ ਉਪਮਾ ਕਵ ਕਹਿ ਬਨਾਏ, ਕਵਿਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਕਿਹੜੀ ਉਪਮਾ ਦਿਆਂ। ਸਤਿਗੁਰੂ ਜੀ ਨੂੰ ਕੋਈ ਵੀ ਉਪਮਾ ਦਈਏ ਤੇ ਥੋੜੀ ਰਹਿ ਜਾਂਦੀ ਹੈ। ਸ਼ਕਰ ਸਹਿਤ ਸੁਰ ਗਣ ਪਰਵਾਰਤ, ਇਸ ਤਰ੍ਹਾਂ ਲੱਗਦਾ ਜਿਵੇਂ ਦੇਵਤਿਆਂ ਦੇ ਇੰਦਰ ਸੋਭਾ ਪਾ ਰਿਹਾ ਹੋਵੇ। ਬੈਠੇ ਬਿਸ਼ਨ ਮਨ ਹੋ ਦੁਤ ਧਾਰਤ, ਜਾਂ ਭਗਵਾਨ ਵਿਸ਼ਨੂੰ ਜੀ ਦੇਵ ਸਭਾ ਨੂੰ ਸੋਭਾ ਪਾ ਰਹੇ ਹੋਣ। 101 ਪਾਟ ਕਰ ਜਾਮਾ, 101 ਕਲੀਆਂ ਦਾ ਚੋਲਾ ਸਤਿਗੁਰੂ ਸਤਵੇਂ ਪਾਤਸ਼ਾਹ ਜੀ ਨੇ ਪਹਿਨਿਆ ਹੈ। ਬਹੁ ਸੂਖਮ ਸ਼ੋਭਤ ਅਬਿਰਾਮਾ, ਬੜਾ ਸੂਖਮ ਬਰੀਕ ਕੱਪੜੇ ਦਾ ਬਣਿਆ ਚੋਲਾ ਬੜਾ ਸੋਹਣਾ ਲੱਗਦਾ ਹੈ। ਕੁੰਡਲ ਕਰਨ ਤਿਪਤ ਹੈ ਮੋਤੀ, ਸੁੰਦਰ ਮੋਤੀਆਂ ਵਾਲੇ ਕੁੰਡਲ ਪਹਿਨੇ ਹਨ। ਕਟਕ ਜਰਾਓ ਜੋਤ ਉਦੋਤੀ, ਆ ਜੜਾਊ ਜੜੇ ਕੜੇ ਪਹਿਨੇ ਹਨ। ਨਵ ਰਤਨੇ ਸਹਿਤ ਇਸ ਭਾਂਤੀ, ਨਵ ਰਤਨੇ ਮਹਾਰਾਜ ਦੇ ਮੋਢਿਆਂ ਦੇ ਉੱਤੇ ਅੰਗਦ ਡੋਲਿਆਂ ਤੇ ਸ਼ੋਭਾ ਪਾ ਰਹੇ ਨੇ। ਨਵ ਗ੍ਰਹਿ ਬੈਠੇ ਕਰ ਜਨਪਾਤੀ, ਏਦਾਂ 9 ਰਤਨ ਲੱਗੇ ਜਿਵੇਂ 9 ਗ੍ਰਹਿ ਬੈਠੇ ਹੋਣ। ਮੁਕਤਾ ਮਾਲ ਅਮੋਲ ਬਿਸਾਲਾ, ਬੜੇ ਸੋਹਣੇ ਮੋਤੀਆਂ ਦੀ ਮਾਲਾ ਸਤਿਗੁਰੂ ਜੀ ਨੇ ਗਲ ਵਿੱਚ ਪਹਿਨੀ ਹੈ। ਸਰਸਰ ਜਲ ਧਾਰਾ ਜਨ ਚਾਲਾ, ਆ ਕਹਿੰਦੇ ਜਿਵੇਂ ਗੰਗਾ ਦੀ ਚਿੱਟੀ ਧਾਰਾ ਵਗ ਰਹੀ ਹੋਵੇ ਇਸ ਤਰ੍ਹਾਂ ਗਲ ਵਿੱਚ ਮੋਤੀ ਲਿਸ਼ਕਦੇ ਹਨ। ਬਾਗ ਪੇਚ ਬਾਂਦੇ ਵਿੱਚ ਖਰੀ, ਦਸਤਾਰ ਬੜੀ ਸੁੰਦਰ ਪੇਚਦਾਰ ਸਜਾਈ ਹੈ ਸੀਸ ਉੱਤੇ। ਉਪਰ ਜਗਾ ਚਰਾਵਨ ਚਰੀ, ਉਸ ਦਸਤਾਰ ਤੇ ਜੜਾਊ ਹੀਰੇ ਮੋਤੀਆਂ ਵਾਲੀ ਕਲਗੀ ਲਾਈ ਹੈ। ਸਬਜੇ ਹੀਰਨ ਸੰਗ, ਕਹਿੰਦੇ ਸਬਜੇ ਹਰੇ ਰੰਗ ਦੇ ਜਿਹੜੇ ਹਨ ਉਹ ਵੀ ਬੜੇ ਸੁੰਦਰ ਵਿੱਚ ਜੜੇ ਹੋਏ ਹੀਰੇ ਵੀ ਜੜੇ ਹੋਏ ਨੇ। ਸਸ ਡਕਰੇ ਜਨ ਉਜਲ ਰੰਗ, ਇਹ ਮਾਨੋ ਚੰਦਰਮਾ ਦੇ ਡਕਰੇ ਕਰਕੇ ਲਾਏ ਹੋਣ ਹੋਰ ਝੂਲਦੇ ਨੇ। ਸਿਪਰ ਖੜਗ ਗੁਰ ਧਾਰਨ ਕਰਿਓ, ਗਾਤਰੇ ਢਾਲ ਤਲਵਾਰ ਪਹਿਨੀ ਹੈ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਹਰਿ ਸਾਹਿਬ ਹੈ। ਇਤ ਰਾਜੇ ਦੋ ਨਹ ਮਿਲ ਕਰਕੇ, ਉਧਰੋਂ ਦੋਵੇਂ ਰਾਜੇ ਸਜ ਧਜ ਕੇ ਆਵਤ ਭੇ ਮਸਲਤ ਕੋ ਧਰ ਕੇ, ਸਲਾਹ ਕਰਕੇ ਵੀ ਆਪਾਂ ਗੁਰੂ ਸਾਹਿਬ ਕੋਲੋਂ ਹਾਥੀ ਮੰਗਾਂਗੇ। ਹਾਥੀ ਆਪਾਂ ਗੁਰੂ ਕੋਲ ਨਹੀਂ ਰਹਿਣ ਦੇਣਾ। ਸਾਧ ਸੰਗਤ ਜੀ ਯਾਦ ਰਵੇ ਇਹਨਾਂ ਰਾਜਿਆਂ ਨੇ 10ਵੇਂ ਪਾਤਸ਼ਾਹ ਕੋਲ ਵੀ ਹਾਥੀ ਸੀਗਾ ਉਹ ਵੀ ਮੰਗਿਆ ਸੀਗਾ। ਉਹ ਕਥਾ ਅੱਗੇ 10ਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਆਵੇਗੀ। ਉਸ ਹਾਥੀ ਦਾ ਨਾਮ ਇਤਿਹਾਸ ਵਿੱਚ ਪ੍ਰਸ਼ਾਦੀ ਹਾਥੀ ਹੈ। ਇਹ ਜਿਹੜਾ ਹਾਥੀ ਮੰਗਣ ਆਏ ਨੇ ਇਹ 7ਵੇਂ ਪਾਤਸ਼ਾਹ ਦੇ ਸਮੇਂ ਆਏ ਨੇ ਤੇ ਜਿਹੜਾ 10ਵੇਂ ਪਾਤਸ਼ਾਹ ਦੇ ਸਮੇਂ ਮੰਗਿਆ ਸੀ ਉਹ ਭੀਮ ਚੰਦ ਨੇ ਮੰਗਿਆ ਸੀ, ਦੀਪ ਚੰਦ ਦੇ ਪੁੱਤਰ ਨੇ। ਤੋ ਰਾਜਾ ਦੀਪ ਚੰਦ ਨਾਲ ਆਪਣੇ ਘਨੂਰ ਦੇ ਰਾਜੇ ਨੂੰ ਲੈ ਕੇ ਆ ਗਿਆ ਹੈ। ਜੇਕਰ ਜਾਚੋ ਦੇਹ ਨਾ ਹਾਥੀ, ਆਪਸ ਵਿੱਚ ਗੱਲਬਾਤ ਕਰਕੇ ਆਏ ਨੇ ਦੋਵੇਂ ਰਾਜੇ। ਜੇ ਸਾਨੂੰ ਗੁਰੂ ਨੇ ਹਾਥੀ ਨਾ ਦਿੱਤਾ ਮੰਗਿਆ ਵੀ ਨਾ ਦਿੱਤਾ ਸਪਟ ਸੈਨ ਬਟ ਦੋਨੋਂ ਸਾਥੀ, ਤੇ ਆਪਣੇ ਕੋਲ ਫੌਜ ਬਹੁਤ ਹੈ ਆਪਾਂ ਖੋ ਕੇ ਲੈ ਜਾਣਾ। ਆਪਾਂ ਗੁਰੂ ਨੂੰ ਡਰਾ ਡਰੂ ਕੇ ਧਮਕਾ ਕੇ ਗੁਰੂ ਕੋਲੋਂ ਹਾਥੀ ਲੈ ਕੇ ਜਾਣਾ। ਇਹ ਹਾਥੀ ਗੁਰੂ ਕੋਲ ਨਹੀਂ ਰਹਿਣ ਦੇਣਾ ਆਪਾਂ। ਬਲ ਕਰ ਛੀਨ ਲੈ ਹੱਲੇ ਚੱਲ ਹੈ, ਦੋਵੇਂ ਰਾਜਿਆਂ ਦੇ ਮਨ 'ਚ ਬੇਈਮਾਨੀ ਆ ਗਈ ਵੀ ਬਲ ਦੇ ਨਾਲ ਇਹ ਹਾਥੀ ਅਸੀਂ ਖੋ ਕੇ ਲੈ ਜਾਵਾਂਗੇ। ਕਹਾ ਗੁਰੂ ਕਿਆ ਹਮਰੇ ਤੁਲ ਹੈ, ਅਸੀਂ ਰਾਜੇ ਇਹ ਗੁਰੂ ਫਕੀਰ ਸਾਧ ਸੰਤ ਇਹਨਾਂ ਦੀ ਕੀ ਸਾਡੇ ਨਾਲ ਬਰਾਬਰੀ ਹੈ। ਅਸੀਂ ਰਾਜੇ ਹਾਂ। ਹੰਕਾਰੀ ਰਾਜਿਆਂ ਨੂੰ ਇਹ ਨਹੀਂ ਪਤਾ ਵੀ ਇਹ ਰਾਜ ਤਾਂ ਗੁਰੂ ਦਾ ਦਿੱਤਾ ਹੋਇਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ ਰਾਜ ਦਾ ਨਸ਼ਾ ਇਹੋ ਜਿਹਾ ਹੈ ਵੀ ਸ਼ਰਾਬ ਭੰਗ ਅਫੀਮ ਤੇ ਨਸ਼ਾ ਕੋਈ ਬੰਦਾ ਕਰੇ 2-4 ਘੰਟਿਆਂ ਬਾਅਦ ਉਤਰ ਜਾਏ ਉਹਨੂੰ ਯਾਦ ਆ ਜਾਂਦਾ ਵੀ ਮੈਂ ਆਹ ਗਲਤ ਕੰਮ ਕਰ ਰਿਹਾ ਜਾਂ ਸਹੀ ਕਰ ਰਿਹਾ। ਤੇ ਜਿਹੜਾ ਰਾਜ ਦਾ ਨਸ਼ਾ ਇਹ ਜਿੰਨਾ ਚਿਰ ਰੱਬ ਵੱਲੋਂ ਕੋਈ ਚੰਗੀ ਸਿਰ 'ਚ ਡਾਂਗ ਨਾ ਵੱਜੇ ਉਹਨਾਂ ਚਿਰ ਇਹ ਨਸ਼ਾ ਨਹੀਂ ਉਤਰਦਾ। ਰਾਜ ਮੱਧ ਕਹਿੰਦੇ ਨੇ ਇਹਨੂੰ। ਰਾਜ ਮੱਧ ਵਿੱਚ ਰਾਜ ਦੇ ਨਸ਼ੇ ਵਿੱਚ ਅੰਨੇ ਹੋਏ ਰਾਜੇ ਕਿੱਦਾਂ ਪਾਪ ਸੋਚ ਕੇ ਆਏ ਵੀ ਗੁਰੂ ਸਾਹਿਬ ਜੀ ਜੇ ਹਾਥੀ ਮੰਗਿਆ ਨਾ ਦੇਣਗੇ
ਤੇ ਅਸੀਂ ਖੋਹ ਕੇ ਲੈ ਜਾਵਾਂਗੇ। ਇਹ ਬਿਦ ਕਰ ਭੂਪਤ ਅਗਿਆਨੀ, ਇਹ ਅਗਿਆਨੀ ਮੂਰਖ ਦੋਵੇਂ ਰਾਜੇ ਆਏ ਨਿਕਟ ਰਾਜ ਮਦਮਾਨੀ, ਰਾਜ ਦੇ ਨਸ਼ੇ ਵਿੱਚ ਗੁਰੂ ਸਾਹਿਬ ਦੇ ਦਰਬਾਰ 'ਚ ਆ ਗਏ। ਅੰਤਰ ਜਾਮੀ ਸ਼੍ਰੀ ਹਰਿ ਰਾਏ, ਅੱਗੇ ਮਹਾਰਾਜ ਜਾਣੀ ਜਾਣ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਵਿਣ ਬੋਲਿਆ ਸਭ ਕੁਛ ਜਾਣਦਾ, ਮਹਾਰਾਜ ਨੂੰ ਸਭ ਪਤਾ ਵੀ ਇਹਨਾਂ ਦੇ ਮਨ 'ਚ ਕੀ ਹੈ। ਜਾਣੀ ਜਾਣ ਸਤਿਗੁਰੂ ਜਾਣ ਗਏ ਹਨ। ਜਾਨੀ ਸਭ ਜੋ ਮਤ ਠਹਿਰਾਏ, ਜੋ ਇਹਨਾਂ ਦੇ ਮਨ 'ਚ ਬੇਈਮਾਨੀ ਸੀ, ਕੂੜ ਕਪਟ ਸੀ, ਸਤਿਗੁਰੂ ਜੀ ਜਾਣ ਗਏ। ਨਾਸ਼ ਕਰੈ ਇਨ ਕੋ ਹੰਕਾਰ, ਮਹਾਰਾਜ ਨੇ ਸੋਚ ਲਿਆ ਵੀ ਹੰਕਾਰੀ ਦੋਵੇਂ ਬੜੇ ਆਕੜ ਆਕੜ ਕੇ ਆ ਰਹੇ ਨੇ, ਸਾਡੇ ਕੋਲੋਂ ਹਾਥੀ ਖੋਹਣਾ ਚਾਹੁੰਦੇ ਨੇ, ਇਹਨਾਂ ਦਾ ਹੰਕਾਰ ਤੋੜ ਕੇ ਭੇਜਾਂਗੇ। ਬੇਮੁਖ ਮਤ ਕੇ ਅੰਧ ਗਵਾਰ, ਇਹ ਬੇਮੁਖ ਹੋ ਚੁੱਕੇ ਨੇ, ਮਤ ਦੇ ਅੰਨੇ ਨੇ, ਇਹਨਾਂ ਨੂੰ ਯਾਦ ਨਹੀਂ ਇਹਨਾਂ ਦੇ ਪਿਓ ਦਾਦਿਆਂ ਨੂੰ ਸਾਡੇ ਵੱਡੇ ਸਤਿਗੁਰੂ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਚੋਂ ਕਢਾ ਕੇ ਲਿਆਏ ਸੀਗੇ, ਜਿਨ੍ਹਾਂ ਨੂੰ ਬਾਦਸ਼ਾਹ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ 'ਚ ਇਹ ਕਹਿ ਕੇ ਕੈਦ ਕੀਤਾ ਸੀ ਵੀ ਇਹ ਜੇ ਮਰ ਵੀ ਜਾਣਗੇ ਇਹਨਾਂ ਦੀ ਲਾਸ਼ ਵੀ ਅੰਦਰ ਹੀ ਸੰਸਕਾਰੀ ਜਾਵੇਗੀ, ਇਹਨਾਂ ਦੀ ਲਾਸ਼ ਵੀ ਕਿਲੇ ਤੋਂ ਬਾਹਰ ਨਹੀਂ, ਮਰ ਕੇ ਵੀ ਨਹੀਂ ਆ ਸਕਦੇ, ਜਿਉਂਦੇ ਦਾ ਕੀ ਹੋਣਾ, ਮਰ ਕੇ ਵੀ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਹੀਂ ਨਿਕਲ ਸਕਦੇ। ਪਰ ਗੁਰੂ ਮਹਾਰਾਜ ਨੇ ਆਪਣੇ 52 ਕਲੀਆਂ ਵਾਲੇ ਚੋਲੇ ਦੀ ਇੱਕ ਇੱਕ ਕਲੀ ਫੜਾ ਕੇ 52 ਰਾਜੇ ਬਾਹਰ ਕੱਢ ਲਏ ਸਨ। ਪਰ ਅਕਿਰਤ ਘਣ ਲੋਕ ਵੀ ਹੁੰਦੇ ਹਨ, ਇਹ ਅਕਿਰਤ ਘਣ ਭੁੱਲ ਗਏ ਨੇ ਗੁਰੂ ਦੇ ਉਪਕਾਰ ਨੂੰ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਹਾਥੀ ਖੋਹਣਾ ਚਾਹੁੰਦੇ ਨੇ। ਹੰਕਾਰੀ ਨੇ, ਮੋਟੀ ਬੁੱਧੀ ਹੈ, ਬੁੱਧੀ ਭ੍ਰਿਸ਼ਟ ਹੋ ਗਈ ਹੈ। ਮਹਾਰਾਜ ਕਹਿੰਦੇ ਹੁਣ ਇਹਨਾਂ ਦਾ ਹੰਕਾਰ ਤੋੜਨਾ ਹੀ ਪੈਣਾ ਹੈ। ਸਤਿਗੁਰ ਨੇ ਮਤ ਠਹਿਰਾਈ, ਇਸ ਤਰ੍ਹਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਵੀ ਰਾਜਿਆਂ ਦਾ ਹੰਕਾਰ ਤੋੜਾਂਗੇ ਹੁਣ। ਤਬ ਨਿਰਪ ਆਏ ਪਟ ਸਮਦਾਈ, ਸਾਧ ਸੰਗਤ ਜੀ ਰਾਜੇ ਦੋਵੇਂ ਹੀ, ਕਹਿਲੂਰ ਦਾ ਵੀ ਤੇ ਹੰਡੂਰ ਦਾ ਵੀ, ਆਪਣੀ ਫੌਜ ਸਮੇਤ ਦਰਬਾਰ ਵਿੱਚ ਆ ਵੜੇ। ਪਦ ਅਰਬਿੰਦ ਬੰਦਨਾ ਕਰਕੇ, ਔਰ ਸਤਵੇਂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕ ਕੇ ਬੈਠੇ ਨਿਕਟ ਹਰਖ ਹੰ ਕਰਕੇ। ਕਹਿੰਦੇ ਬੜੇ ਉੱਤੋਂ ਦੇ ਚਿਹਰੇ ਤੇ ਖੁਸ਼ੀ, ਦੰਦਾਂ ਦੇ ਵਿੱਚ ਮੁਸਕਰਾਹਟ ਬੁੱਲ੍ਹਾਂ ਤੇ ਲਿਆ ਕੇ, ਗੁਰੂ ਜੀ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ, ਇੱਦਾਂ ਦੀਆਂ ਗੱਲਾਂ ਕਰਦੇ, ਪਰ ਅੰਦਰ ਬੇਈਮਾਨੀ, ਅੰਦਰ ਕਪਟ ਛਲ, ਤੇ ਗੁਰੂ ਸਾਹਿਬ ਦੇ ਕੋਲ ਬੈਠ ਗਏ। ਭੱਟ ਸਭ ਸਚਵ ਪਹਾੜ ਪਤੀ ਕੇ, ਪਹਾੜੀਆਂ ਦੇ ਰਾਜਿਆਂ ਦੇ ਮੰਤਰੀ ਵੀ ਨਾਲ ਆਏ, ਉਹਨਾਂ ਦੇ ਸੈਨਾਪਤੀ ਵੀ, ਉਹਨਾਂ ਦੇ ਵਜ਼ੀਰ, ਅਮੀਰ, ਪ੍ਰਧਾਨ ਜਿੰਨੇ ਵੀ ਸਨ ਸਾਰੇ ਨਾਲ, ਕੋਈ 200-250 ਬੰਦਾ ਹੋਣਾ ਜਿਹੜਾ ਉਹਨਾਂ ਦੇ ਨਾਲ ਸੀਗਾ, ਮੇਨ ਬਾਕੀ ਫੌਜ ਸੀ ਉਹਨਾਂ ਦੀ। ਪੂਰਾ ਦਰਬਾਰ ਭਰ ਗਿਆ। ਮਹਾਰਾਜ ਸਤਵੇਂ ਪਾਤਸ਼ਾਹ ਤਖਤ ਤੇ ਬੈਠੇ ਸਨ। ਮਹਾਰਾਜ ਨੇ ਰਾਜਿਆਂ ਨੂੰ ਜੀ ਆਇਆਂ ਆਖਿਆ, ਆਓ ਬੈਠੋ, ਤੇ ਰਾਜੇ ਬੈਠ ਗਏ। ਕਰ ਕਰ ਨਮੋ ਸਭਾ ਕਿਤਨੀਕੇ, ਪਹਿਲਾਂ ਰਾਜਿਆਂ ਨੇ ਮੱਥਾ ਟੇਕਿਆ, ਉਹ ਬੈਠੇ, ਫਿਰ ਉਹਨਾਂ ਦੇ ਮੰਤਰੀਆਂ ਨੇ, ਵਜ਼ੀਰਾਂ ਨੇ, ਸਾਰਿਆਂ ਨੇ ਮੱਥਾ ਟੇਕਿਆ। ਮੱਥਾ ਟੇਕ ਟੇਕ ਕੇ ਦਰਬਾਰ ਵਿੱਚ ਬੈਠੀ ਗਏ ਸਾਰੇ। ਕਸ਼ਨ ਪ੍ਰਸ਼ਨ ਕਰ ਸ਼੍ਰੀ ਹਰਿ ਰਾਏ, ਫਿਰ ਸਤਿਗੁਰੂ ਜੀ ਨੇ ਮਰਿਆਦਾ ਮੁਤਾਬਕ ਹਾਲ ਚਾਲ ਪੁੱਛਿਆ। ਹਾਂ ਜੀ ਰਾਜਾ ਜੀ ਸੁਣਾਓ, ਪਰਿਵਾਰ ਠੀਕ ਹੈ, ਬਾਲ ਬੱਚੇ, ਘਰ-ਬਾਰ, ਰਾਜਧਾਨੀ, ਸਾਰੇ ਰਾਜ ਦਾ ਸਿਸਟਮ, ਸਾਰੀਆਂ ਗੱਲਾਂ ਸਤਿਗੁਰੂ ਜੀ ਨੇ ਜੋ ਉਪਚਾਰਕਤਾ ਹੁੰਦੀ ਹੈ ਉਹਦੇ ਮੁਤਾਬਕ ਸਤਿਗੁਰੂ ਜੀ ਨੇ ਪੁੱਛਿਆ ਹੈ। ਕਿਤਕ ਬਾਰਤਾ ਅਪਰ ਚਲਾਏ, ਫਿਰ ਕੁਝ ਗੱਲਬਾਤ ਚੱਲੀ ਹੈ। ਬਹਰ ਕਹਿਓ ਮਲਿਆਨ ਕੋ ਕਰਬੋ, ਤੇ ਮਹਾਰਾਜ ਕੁਝ ਗੱਲਾਂ ਬਾਤਾਂ ਕਰਕੇ ਕਹਿੰਦੇ, ਰਾਜਾ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ, ਰਾਜਾ ਜੀ ਤੁਹਾਨੂੰ ਕੁਸ਼ਤੀਆਂ ਦਿਖਾਈਏ, ਕੁਸ਼ਤੀਆਂ ਸਾਡੇ ਪਹਿਲਵਾਨ ਕੁਸ਼ਤੀ ਕਰਦੇ ਨੇ ਤੇ ਉਹਨਾਂ ਦੀ ਕੁਸ਼ਤੀ ਵੇਖੀਏ ਚੱਲ ਕੇ। ਓ ਭੂਪਤ ਤੁਮ ਕਰੋ ਨਿਹਰਬੋ, ਮਹਾਰਾਜ ਕਹਿੰਦੇ, ਰਾਜਾ ਜੀ ਤੁਹਾਨੂੰ ਵੀ ਸ਼ੌਂਕ ਹੋਣਾ ਕੁਸ਼ਤੀ ਕਰਾਉਣ ਦਾ, ਤੇ ਅਸੀਂ ਵੀ ਪਹਿਲਵਾਨ ਰੱਖੇ ਹੋਏ ਨੇ, ਤੇ ਆਓ ਆਪਾਂ ਖਾੜੇ ਵਿੱਚ ਚੱਲਦੇ ਹਾਂ, ਦੰਗਲ ਵਿੱਚ, ਤੇ ਉੱਥੇ ਦੰਗਲ ਕਰਾਵਾਂਗੇ, ਪਹਿਲਵਾਨਾਂ ਦਾ, ਮੱਲਾਂ ਦਾ ਘੋਲ ਕਰਾਵਾਂਗੇ। ਸ਼੍ਰੀ ਗੁਰ ਮੱਲਿਓ ਬੁਲਾਏ, ਇਹ ਕਹਿ ਕੇ ਮਹਾਰਾਜ ਨੇ ਆਪਣੇ ਮੱਲਾਂ ਨੂੰ ਪਹਿਲਾਂ ਹੀ ਇਸ਼ਾਰਾ ਕਰਦਾ। ਗੁਰੂ ਸਾਹਿਬ ਕੋਲ ਬੜੇ ਬੜੇ ਤਗੜੇ ਮੱਲ ਸਨ, ਪਹਿਲਵਾਨ ਸਨ, 7-7 ਫੁੱਟੇ ਜਵਾਨ, ਚੌੜੀਆਂ ਛਾਤੀਆਂ, ਹਾਥੀ ਦੀ ਸੁੰਡ ਵਰਗੀਆਂ ਬਾਹਾਂ, ਤੇ ਸਾਧ ਸੰਗਤ ਜੀ ਉਹ ਕੁਸ਼ਤੀ ਕਰਦੇ ਸਨ ਕਿ ਦੁਨੀਆ ਦੂਰੋਂ ਦੂਰੋਂ ਦੇਖਣ ਆਉਂਦੀ ਸੀ ਵੀ ਗੁਰੂ ਸਾਹਿਬ ਦੇ ਪਹਿਲਵਾਨ।
ਮਹਾਰਾਜ ਨੇ ਆਪਣੇ ਸਿੱਖ ਗੱਭਰੂ ਨੌਜਵਾਨ ਜਿਹੜੇ ਸਨ, ਕੁਝ ਮਹਾਰਾਜ ਨੇ ਗੱਤਕਾ ਸਿਖਾਇਆ, ਕਿਸੇ ਨੂੰ ਕਬੱਡੀ ਸਿਖਾਈ, ਕਿਸੇ ਨੂੰ ਰੱਸਾ ਕੱਸੀ, ਜਿਹੜੀਆਂ ਉਦੋਂ ਖੇਡਾਂ ਹੁੰਦੀਆਂ ਸਨ। ਕੋਈ ਸੌਂਚੀ ਖੇਡਦਾ ਸੀ, ਕੋਈ ਸਾਧ ਸੰਗਤ ਜੀ ਪਹਿਲਵਾਨੀ ਕਰਦਾ ਸੀ, ਕੋਈ ਲੰਮੀਆਂ ਦੌੜਾਂ ਕੱਢਦੇ ਸਨ। ਸਾਰਿਆਂ ਦੇ ਸਰੀਰ ਜਿਹੜੇ ਸਨ ਨਾ ਫੌਜ ਦੇ ਵਿੱਚ ਮਹਾਰਾਜ ਨੇ ਤਗੜੇ ਰੱਖੇ ਹੋਏ ਸਨ। ਤੇ ਮਹਾਰਾਜ ਨੇ ਆਪਣੇ ਮੱਲਾਂ ਨੂੰ ਆਖਿਆ, ਆਓ ਹੁਣ ਮੈਦਾਨ ਵਿੱਚ ਆ ਕੇ, ਦੰਗਲ ਵਿੱਚ ਆ ਕੇ ਆਪਣੀ ਕੁਸ਼ਤੀ ਦਿਖਾਓ। ਸੰਤ ਹੁਕਮ ਕੋ ਸੋ ਚਲ ਆਏ। ਮਹਾਰਾਜ ਦਾ ਹੁਕਮ ਸੁਣ ਕੇ ਉਹ ਜਿਹੜੇ ਗੁਰੂ ਘਰ ਦੇ ਪਹਿਲਵਾਨ ਸਨ ਆ ਗਏ। ਜਿਨ ਕੇ ਤਨ ਦੀ ਰਗ ਬਲ ਭਾਰੇ। ਕਹਿੰਦੇ 7-7 ਫੁੱਟੇ ਜਵਾਨ, ਚੌੜੀਆਂ ਛਾਤੀਆਂ, ਏਦਾਂ ਤੁਰਦੇ ਜਿਵੇਂ ਮਸਤੇ ਹੋਏ ਹਾਥੀ ਤੁਰਦੇ ਹਨ। ਹਾਂਜੀ। ਨਿਰਪਨ ਕਬਹੁ ਅਸ ਨਹੀਂ ਨਿਹਾਰੇ। ਰਾਜਿਆਂ ਨੇ ਇਹੋ ਜਿਹੇ ਯੋਧੇ, ਇਹੋ ਜਿਹੇ ਪਹਿਲਵਾਨ ਵੇਖੇ ਵੀ ਨਹੀਂ ਸੀ ਕਦੀ। ਹਾਲਾਂਕਿ ਉਹ ਵੀ ਰਾਜੇ ਸੀਗੇ, ਪਰ ਰਾਜਿਆਂ ਨੇ ਜਦੋਂ ਗੁਰੂ ਦੇ ਪਹਿਲਵਾਨ ਵੇਖੇ ਨਾ, ਮੂੰਹ 'ਚ ਉਂਗਲਾਂ ਪੈ ਗਈਆਂ। ਹਾਂਜੀ। ਕਿਸ ਕੋ ਮੱਲ ਪਿਰੈ ਅਬ ਆਏ। ਤੇ ਮਹਾਰਾਜ ਦੇ ਮੱਲਾਂ ਨੇ ਆ ਕੇ ਜ਼ੋਰ ਕੀਤਾ, ਡੰਡ ਬੈਠਕਾਂ ਮਾਰੀਆਂ, ਖਾੜੇ ਦੇ ਵਿੱਚ ਗੇੜਾ ਦਿੱਤਾ, ਆਓ ਬਈ ਜਿਹਨੇ ਕੁਸ਼ਤੀ ਕਰਨੀ ਆ ਜਾਓ। ਰਾਜਿਆਂ ਦੇ ਸਾਹ ਸੁੱਕ ਗਏ। ਰਾਜਿਆਂ ਦੇ ਕੋਲ ਵੀ ਫੌਜੀ ਜਵਾਨ ਸਨ, ਬੜੇ ਬੜੇ ਪਹਿਲਵਾਨ ਵੀ ਸਨ, ਪਰ ਜਦੋਂ ਉਹਨਾਂ ਨੇ ਗੁਰੂ ਕੇ ਸਿੱਖਾਂ ਦੇ ਸਰੀਰ ਵੇਖੇ, 7-7 ਫੁੱਟੇ ਚੌੜੇ, ਛਾਤੀਆਂ ਲੰਮੀਆਂ, ਬਾਹਾਂ ਤੇ ਬੜੇ ਕਮਾਏ ਹੋਏ ਸਰੀਰ ਵੇਖ ਕੇ ਨਾ, ਰਾਜਿਆਂ ਦਾ ਕੋਈ ਪਹਿਲਵਾਨ ਖਾੜੇ 'ਚ ਨਹੀਂ ਉਤਰਿਆ। ਹਾਂਜੀ। ਪ੍ਰਾਨ ਹਾਨ ਕਰ ਦੇਤ ਗਿਰਾਏ। ਉਹਨਾਂ ਨੂੰ ਏਦਾਂ ਲੱਗਾ ਵੀ ਜੇ ਇਹਨਾਂ ਨਾਲ ਘੁਲਾਂਗੇ ਇਹ ਤਾਂ ਸਾਨੂੰ ਜਾਨ ਤੋਂ ਹੀ ਮਾਰ ਦੇਣਗੇ। ਡਰਤ ਨਾ ਸਨਮੁਖ ਹੋ ਗਹਿ ਕੋਈ। ਉਹਨਾਂ ਪਹਿਲਵਾਨਾਂ ਦੇ, ਗੁਰੂ ਕੇ ਮੱਲਾਂ ਦੇ ਸਾਹਮਣੇ ਉਹਨਾਂ ਪਹਾੜੀ ਰਾਜਿਆਂ ਦਾ ਕੋਈ ਵੀ ਪਹਿਲਵਾਨ ਨਹੀਂ ਨਿਤਰਿਆ। ਕੁਸ਼ਤੀ ਕਰਤ ਪਰਸ ਪਰਦੋਈ। ਹੁਣ ਫਿਰ ਉਹਨਾਂ ਨੇ ਕੁਸ਼ਤੀ ਤਾਂ ਕਰਨੀ ਸੀ। ਜਦੋਂ ਕੋਈ ਨਾ ਆਇਆ, ਜਦੋਂ ਖਾੜੇ ਵਿੱਚ, ਹੁਣ ਤਾਂ ਸਾਧ ਸੰਗਤ ਜੀ ਇੱਧਰ ਆਪਾਂ ਦੇਖਿਆ ਨਹੀਂ, ਪੰਜਾਬ 'ਚ ਅਜੇ ਵੀ ਕਿਤੇ ਕਿਤੇ ਖਾੜੇ ਲੱਗਦੇ, ਇੰਡੀਆ ਵਿੱਚ, ਪਾਕਿਸਤਾਨ ਵਿੱਚ ਕੁਸ਼ਤੀ ਦਾ ਰਿਵਾਜ ਹੈ। ਤੇ ਉਹ ਫਿਰ ਜਿਹੜਾ ਪਹਿਲਵਾਨ ਹੁੰਦਾ ਝੰਡੀ ਵਾਲਾ, ਉਹ ਝੰਡੀ ਕੱਢ ਦਿੰਦਾ, ਕਹਿੰਦਾ ਉਹ ਵੀ ਜਿਹਨੇ ਝੰਡੀ ਪੁੱਟਣੀ ਆ ਉਹ ਸਾਡੇ ਨਾਲ ਕੁਸ਼ਤੀ ਕਰੋ। ਤੇ ਜੇ ਕੋਈ ਆਵੇ ਤੇ ਘੁਲ ਵੀ ਲੈਂਦਾ, ਕਈ ਵਾਰੀ ਢਹਿ ਜਾਂਦੇ, ਕਈ ਢਾਹ ਲੈਂਦੇ, ਇੱਦਾਂ ਹੁੰਦਾ ਹੈ। ਪਰ ਜਦੋਂ ਸਿੱਖਾਂ ਨੇ ਝੰਡੀ ਕੱਢੀ, ਪਹਾੜੀਆਂ ਦਾ ਕੋਈ ਮੱਲ ਨਹੀਂ ਆਇਆ। ਤੇ ਉਹ ਕਿੰਨਾ ਚਿਰ, ਅੱਧਾ ਘੰਟਾ ਖਾੜੇ 'ਚ ਘੁੰਮਦੇ ਰਹੇ, ਸਰੀਰ ਆਪਣਾ ਗਰਮ ਕਰਦੇ ਰਹੇ। ਜਦੋਂ ਉਹਨਾਂ ਦੇ ਸਰੀਰ ਗਰਮ ਹੋ ਗਏ ਤੇ ਗੁਰੂ ਸਾਹਿਬ ਜੀ ਮਹਾਰਾਜ ਦਾ ਇਸ਼ਾਰਾ ਹੋਇਆ, ਗੁਰੂ ਹਰਿਰਾਏ ਸਾਹਿਬ ਦਾ ਇਸ਼ਾਰਾ ਪਾ ਕੇ ਦੋਵੇਂ ਪਹਿਲਵਾਨ ਫਿਰ ਆਪਸ ਵਿੱਚ ਘੁਲ ਪਏ। ਹਾਂਜੀ। ਆਨ ਤਿਨਹੁ ਅਬੇ ਬੰਧਨ ਠਾਨੀ। ਉਹਨਾਂ ਨੇ ਮਹਾਰਾਜ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ, ਚਰਨਾਂ ਨੂੰ ਹੱਥ ਲਾਇਆ ਵੀ ਸਤਿਗੁਰੂ ਜੀ ਕਿਰਪਾ ਰੱਖੋ। ਦੇਖ ਦੋਹਨ ਦਿਸ਼ ਗੁਰੂ ਬਖਾਨੀ। ਉਹਨਾਂ ਦੋਵਾਂ ਪਹਿਲਵਾਨਾਂ ਵੱਲ ਵੇਖ ਕੇ ਮਹਾਰਾਜ ਉਹਨਾਂ ਦੀ ਕੁਸ਼ਤੀ ਵੇਖ ਕੇ ਬੋਲੇ, ਪਿਰਹੁ ਪਰਸ ਪਰ ਨਿਰਪਣ ਦਿਖਾਵਹੁ। ਮਹਾਰਾਜ ਕਹਿੰਦੇ ਵੀ ਦੇਖੋ ਵੀ ਦੋਵੇਂ ਤੁਸੀਂ ਗੁਰੂ ਘਰ ਦੇ ਮੰਨ ਲਓ ਤੇ ਤੁਸੀਂ ਦੋਵੇਂ ਹੀ ਪਹਿਲਵਾਨ ਹੁਣ ਆਪਸ 'ਚ ਕੁਸ਼ਤੀ ਕਰੋ। ਰਾਜੇ ਦੇਖਣ ਆਏ ਨੇ ਤੁਹਾਡੀ ਕੁਸ਼ਤੀ, ਤੇ ਰਾਜਾ ਜੀ ਨੂੰ ਕੁਸ਼ਤੀ ਦਿਖਾਓ। ਜ਼ੋਰ ਆਪਨੋ ਸਕਲ ਜਨਾਵਹੁ। ਕਿਉਂਕਿ ਰਾਜਾ ਦਾ ਹੰਕਾਰ ਤੋੜਨਾ ਸੀ ਗੁਰੂ ਸਾਹਿਬ ਨੇ। ਰਾਜੇ ਕਹਿੰਦੇ ਸੀ ਅਸੀਂ ਗੁਰੂ ਕੋਲੋਂ ਖੋਹ ਕੇ ਲਿਆਵਾਂਗੇ ਹਾਥੀ, ਤੇ ਮਹਾਰਾਜ ਕਹਿੰਦੇ ਹਾਥੀ ਖੋਣਾ ਤੇ ਬੜੀ ਦੂਰ ਦੀ ਗੱਲ ਹੈ, ਤੁਸੀਂ ਤੇ ਸਾਡੇ ਪਹਿਲਵਾਨਾਂ ਦੇ ਸਾਹਮਣੇ ਖਾੜੇ 'ਚ ਨਹੀਂ ਉਤਰ ਸਕੇ। ਤੇ ਸਤਿਗੁਰੂ ਜੀ ਨੇ ਆਪਣੇ ਫਿਰ ਪਹਿਲਵਾਨਾਂ ਨੂੰ ਇਸ਼ਾਰਾ ਕੀਤਾ ਵੀ ਦਿਖਾਓ ਆਪਣੇ ਕਰਤੱਵ। ਹੁਕਮ ਪਾਏ ਕਰ ਬੰਧਨ ਦਓ। ਮਹਾਰਾਜ ਦਾ ਹੁਕਮ ਪਾ ਕੇ ਦੋਵਾਂ ਨੇ ਫਿਰ ਚਰਨਾਂ ਤੇ ਮੱਥਾ ਟੇਕਿਆ ਤੇ ਆਸ਼ੀਰਵਾਦ ਲਈ, ਗੁਰੂ ਸਾਹਿਬ ਸਾਨੂੰ ਥਾਪੀ ਦਿਓ। ਤੇ ਮਹਾਰਾਜ ਨੇ ਥਾਪੀ ਦਿੱਤੀ ਦੋਵਾਂ ਪਹਿਲਵਾਨਾਂ ਨੂੰ। ਫਿਰੇ ਬਿਲੋਕਤ ਹੈ ਸਭ ਕੋ। ਉਹ ਦੋਵੇਂ ਪਹਿਲਵਾਨ ਖਾੜੇ ਵਿੱਚ ਭਿੜ ਗਏ, ਕੁਸ਼ਤੀ ਕਰਨ ਲੱਗੇ। ਉਹਨਾਂ ਪਹਾੜੀਆਂ ਦਾ ਤਾਂ ਕੋਈ ਆਇਆ ਨਹੀਂ। ਫਿਰ ਆਪਸ ਵਿੱਚ ਹੀ ਸਿੱਖਾਂ ਨੇ ਕੁਸ਼ਤੀ ਕੀਤੀ ਹੈ। ਭੋਜਨ ਠੋਕ ਤੇ ਸ਼ਬਦ ਉਠਾਵੇ। ਕਹਿੰਦੇ ਜਦੋਂ ਏਦਾਂ ਆਪਣੇ ਮੋਢੇ ਉੱਤੇ ਹੱਥ ਮਾਰਦੇ ਨਾ, ਡੋਲੇ ਦੇ ਉੱਤੇ, ਤੇ ਪੱਟਾਂ ਦੇ ਥਾਪੀ ਮਾਰਦੇ ਤੇ ਆਵਾਜ਼ ਆਉਂਦੀ ਦੂਰ ਤਾਈਂ, ਪਤਾ ਲੱਗਦਾ ਸੀ ਵੀ ਇਹਨਾਂ ਦੇ ਸਰੀਰ ਬੱਜਰ ਵਰਗੇ ਹਨ। ਨਰਨ ਪਹਾੜੀ ਹਿਰਦੇ ਡਰਾਵੇ। ਕਹਿੰਦੇ ਉਹ ਜਾਣ ਬੁੱਝ ਕੇ ਏਦਾਂ ਥਾਪੀ ਮਾਰਦੇ, ਏਦਾਂ ਉਹ ਗਰਜਦੇ ਸਨ ਪਹਿਲਵਾਨ ਵੀ ਪਹਾੜੀ ਬੰਦੇ ਉਹਨਾਂ ਨੂੰ ਵੇਖ ਵੇਖ ਕੇ ਡਰੀ ਜਾਂਦੇ ਸਨ। ਉੱਪਰ ਕਰੇ ਦਾਵ ਬਹੁ ਕਰੈ। ਉਹ ਪਹਿਲਵਾਨ ਬੜੇ ਦਾਵਾਂ ਨਾਲ ਲੜਦੇ ਸਨ। ਜਿਵੇਂ ਸਾਧ ਸੰਗਤ ਜੀ ਗੱਤਕੇ ਵਾਲਿਆਂ ਦੇ ਦਾਅ ਹੁੰਦੇ ਨੇ, ਇਵੇਂ ਪਹਿਲਵਾਨੀ ਦੇ ਵੀ ਦਾਅ ਹੁੰਦੇ ਨੇ। ਤੇ ਉਹ ਦਾਅ ਕਰਦੇ ਸਨ,
ਦਾਵਾਂ ਦੇ ਨਾਲ ਇੱਕ ਦੂਜੀ ਨੂੰ ਢਾਣ ਦੀ ਕੋਸ਼ਿਸ਼ ਕਰਦੇ ਸਨ। ਧਰਤੀ ਗਰਤ ਭਇਓ ਜਿਤ ਫਿਰੈ। ਕਹਿੰਦੇ ਜਿੱਥੇ ਉਹ ਫਿਰਦੇ ਸਨ ਨਾ ਧਰਤੀ ਦੇ ਉੱਤੇ ਖਾੜੇ ਦੇ ਵਿੱਚ, ਉਹਨਾਂ ਦੇ ਪੈਰਾਂ ਦੀਆਂ ਅੱਡੀਆਂ ਨਾਲ ਧਰਤੀ 'ਚ ਟੋਏ ਪੈ ਜਾਂਦੇ ਸਨ। ਇੰਨੇ ਬਲੀ ਸਨ, ਜਦੋਂ ਅੱਡੀ ਮਾਰਦੇ ਸਨ ਨਾ ਤੇ ਉਹ ਕਹਿੰਦੇ 4-4 ਇੰਚ ਮਿੱਟੀ ਪੁੱਟ ਦਿੰਦੇ ਸਨ। ਇਤ ਉਤ ਹੋਤ ਅੰਕ ਭਰ ਪਰੈ। ਤੇ ਇੱਕ ਦੂਜੀ ਨੂੰ ਜੱਫੀਆਂ ਪਾ ਕੇ ਕਦੀ ਇੱਧਰ ਉੱਧਰ ਘੁਲਦੇ ਸਨ, ਜ਼ੋਰ ਲਾਉਂਦੇ ਸਨ। ਜਦੋਂ ਪਸੀਨਾ ਆ ਜਾਂਦਾ ਸੀ, ਖਾੜੇ ਦੀ ਮਿੱਟੀ ਚੁੱਕ ਕੇ ਉਹ ਇੱਕ ਦੂਜੀ ਦੇ ਪਿੰਡੇ ਤੇ ਮਲ ਦਿੰਦੇ ਸਨ। ਕਬ ਉੱਪਰ ਕਬ ਹੋ ਵਸਤਰੈ। ਕਈ ਉੱਤੇ ਕਦੀ ਥੱਲੇ, ਕਦੀ ਇੱਧਰ ਕਦੀ ਉੱਧਰ, ਜਿੰਨੇ ਵੀ ਦਾ ਨੇ ਉਹ ਕਰਦੇ ਸਨ। ਭੇਖ ਭਿਆਨਕ ਪੂਰ ਭਏ ਹੈ। ਕਹਿੰਦੇ ਉਹਨਾਂ ਦੇ ਸਰੀਰ ਪਸੀਨੋ ਪਸੀਨੀ ਹੋ ਗਏ ਤੇ ਮਿੱਟੀ ਨਾਲ ਲਿਬੜ ਗਏ। ਜਦੋਂ ਪਸੀਨਾ ਆਉਂਦਾ ਉੱਤੇ ਮਿੱਟੀ ਲੱਗਦੀ ਹੈ, ਗਿੱਲੀ ਹੋ ਜਾਂਦੀ ਹੈ ਮਿੱਟੀ, ਤੇ ਖਾੜੇ ਦੇ ਵਿੱਚ ਫਿਰ ਉਹ ਮਿੱਟੀ ਮਿੱਟੀ ਹੋ ਗਏ। ਮਹਾ ਔਜ ਤੇ ਤੇਜ ਤਏ ਹੈ। ਪਰ ਬੜਾ ਬਲ ਸੀ ਉਹਨਾਂ ਪਹਿਲਵਾਨਾਂ ਵਿੱਚ, ਉਹਨਾਂ ਨੇ ਬੜੀ ਤੇਜ਼ ਤਰਾਰ ਕੁਸ਼ਤੀ ਕੀਤੀ। ਦੋਇ ਘਟਕਾ ਲਗ ਆਪਸ ਮਾਹੀ। ਕਹਿੰਦੇ 2 ਘੜੀਆਂ ਲਗਾਤਾਰ ਘੁਲਦੇ ਹੀ ਰਹੇ। 2 ਘੜੀਆਂ ਦਾ ਮਤਲਬ ਹੈ ਪੌਣਾ ਘੰਟਾ, ਘੰਟਾ ਭਰ ਚੰਗੀ ਕੁਸ਼ਤੀ ਹੋਈ। ਰਾਜੇ ਦੇਖਦੇ ਐ। ਪਿਰਤ ਦਾਵਨਾ ਨਾ ਦਿਖਰਾਈ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਤਖਤ ਤੇ ਬੈਠੇ ਨੇ, ਰਾਜੇ ਵੀ ਕੋਲ ਬੈਠੇ ਨੇ, ਸਾਹਮਣੇ ਮੱਲਾਂ ਦਾ ਅਖਾੜਾ ਲੱਗਾ ਹੈ। ਨਾਨਾ ਪ੍ਰਕਾਰ ਦੀਆਂ ਕੁਸ਼ਤੀਆਂ ਮਹਾਰਾਜ ਨੂੰ ਦਿਖਾ ਰਹੇ ਨੇ। ਦੋਨੋਂ ਸਮਬਲ ਧਾਰਤ ਰਹੇ। ਦੋਵੇਂ ਪਹਿਲਵਾਨ ਬਰਾਬਰ ਦੇ ਬਲੀ ਹਨ। ਨਿਕਟ ਬੁਲਾਏ ਗੁਰੂ ਬਚ ਕਹੇ। ਤੇ ਗੁਰੂ ਸਾਹਿਬ ਨੇ ਆਖਿਆ ਵੀ ਤੁਹਾਡੇ ਚੋਂ ਹਾਰਦਾ ਤੇ ਕੋਈ ਵੀ ਨਹੀਂ। ਦੋਵੇਂ ਬਰਾਬਰ, ਕਈ ਵਾਰੀ ਕੁਸ਼ਤੀ ਬਰਾਬਰ ਰਹਿ ਜਾਂਦੀ, ਜੇ ਨਾ ਕੋਈ ਹਾਰੇ ਟਾਈਮ ਬੰਨ ਲੈਂਦੇ ਵੀ ਇੰਨੇ ਟਾਈਮ 'ਚ ਨਾ ਹਾਰਿਆ ਤੇ ਕੁਸ਼ਤੀ ਬਰਾਬਰ ਛੁਡਾ ਦਿਓ। ਜਦੋਂ ਦੋਵੇਂ ਹੀ ਨਹੀਂ ਹਾਰੇ ਤੇ ਗੁਰੂ ਸਾਹਿਬ ਨੇ ਦੋਵਾਂ ਨੂੰ ਕੋਲ ਬੁਲਾ ਕੇ ਕਿਹਾ, ਅਪਰ ਮਲ ਨਹਿ ਰਹਿ ਅਗਾਰੀ। ਬਈ ਹੋਰ ਕੋਈ ਮਲ ਨਹੀਂ ਜਿਹੜਾ ਤੁਹਾਡੇ ਸਾਹਮਣੇ ਖੜ ਸਕੇ। ਏਰਤ ਰਹੇ ਤਰਾਸ ਕਰ ਭਾਰੀ। ਸਾਰੇ ਹੀ ਡਰ ਗਏ ਸਨ ਉਸ ਵੇਲੇ ਜਦੋਂ ਇਹ ਦੋਵੇਂ ਪਹਿਲਵਾਨ ਖਾੜੇ 'ਚ ਉਤਰੇ ਸਨ। ਇਹਨਾਂ ਦੀ ਕਾਠੀ ਵੇਖ ਕੇ, ਕੱਦ ਕਾਠ ਵੇਖ ਕੇ, ਕਹਿੰਦੇ ਵੱਡੇ ਵੱਡੇ ਪਹਾੜੀਆਂ ਦੇ ਪਹਿਲਵਾਨ ਉਹ ਵੀ ਸਿਰ ਨੀਵਾਂ ਕਰ ਗਏ ਤੇ ਇਹਨਾਂ ਦੇ ਸਾਹਮਣੇ ਨਹੀਂ ਆਏ। ਤੁਮ ਸਮ ਕੋ ਕਮ ਬਲ ਨਹਿ ਕੋ। ਮਹਾਰਾਜ ਕਹਿਣ ਲੱਗੇ ਤੁਹਾਡੇ ਵਰਗਾ ਬਲੀ ਕੋਈ ਦਿਸਦਾ ਨਹੀਂ। ਦੇਖੇ ਸਭਨ ਭਿਰਤ ਅਬਦਉ। ਤੁਹਾਡੀ ਹੁਣ ਕੁਸ਼ਤੀ ਦੇਖ ਲਈ ਹੈ, ਰਾਜਿਆਂ ਨੇ ਵੀ ਦੇਖ ਲਈ ਹੈ, ਅਸੀਂ ਵੀ ਦੇਖੀ ਹੈ, ਸਾਰੀ ਦੁਨੀਆ ਨੇ, ਪਹਾੜੀ ਰਾਜਿਆਂ ਦੀ ਫੌਜ ਨੇ ਵੀ ਦੇਖੀ ਹੈ। ਨਿਰਣੇ ਕਰਨਿਜ ਬਲ ਕੋ ਕਹੀਐ। ਅੱਛਾ ਦੱਸੋ, ਹੁਣ ਤੁਸੀਂ ਆਪਣੇ ਬਲ ਦਾ ਨਿਰਣਾ ਕਰਕੇ ਦੱਸੋ ਵੀ ਤੁਹਾਡੇ 'ਚ ਕਿੰਨੀ ਕੁ ਤਾਕਤ ਹੈ। ਕਿਤਕ ਧਰਤ ਹੋ ਹਮ ਤਿਸ ਲਹੀਐ। ਕਿੰਨੀ ਕੁ ਤਾਕਤ ਰੱਖਦੇ ਹੋ, ਸਾਨੂੰ ਦੱਸੋ ਜਰਾ। ਮਹਾਰਾਜ ਰਾਜਿਆਂ ਦੇ ਕੰਨ ਖੋਲਣੇ ਚਾਹੁੰਦੇ ਸੀ। ਰਾਜਿਆਂ ਨੂੰ ਰਾਜੇ ਤਾਂ ਗੁਰੂ ਨੂੰ ਡਰਾਉਣ ਆਏ ਸੀ ਨਾ ਫੌਜਾਂ ਲੈ ਕੇ, ਤੇ ਉੱਤੋਂ ਬੜੇ ਭਗਤ ਬਣ ਕੇ ਆਏ ਸੀ, ਵਿੱਚੋਂ ਬੇਈਮਾਨੀ ਸੀ। ਤੇ ਮਹਾਰਾਜ ਦੇ ਘਰ ਸਾਧ ਸੰਗਤ ਜੀ ਜਿਹੋ ਜਿਹਾ ਮੂੰਹ ਲੈ ਕੇ ਆਓ ਨਾ ਉਹੋ ਜਿਹਾ ਦਿਸਦਾ। ਸਤਿਗੁਰੂ ਜੀ ਨੇ ਉਸੇ ਤਰ੍ਹਾਂ ਹੀ ਜਿਹਾ ਵੇਖਿਆ ਤੇਹਾ ਵੇਖ, ਉਸੇ ਨੀਤੀ ਦੇ ਨਾਲ ਰਾਜੇ ਡਰਾ ਦਿੱਤੇ। ਤੇ ਸਤਿਗੁਰੂ ਕਹਿੰਦੇ ਵੀ ਸਿੱਖੋ ਦੱਸੋ ਤੁਹਾਡੇ 'ਚ ਬਲ ਕਿੰਨਾ ਕੁ ਹੈ। ਹੱਥ ਜੋੜ ਬੋਲੇ ਤਹਸਮ। ਤਾਂ ਹੱਥ ਜੋੜ ਕੇ ਕਹਿਣ ਲੱਗੇ, ਕਿਰਪਾ ਆਪ ਕੀ ਕੋ ਬਲ ਹਮ। ਮਹਾਰਾਜ ਸਾਡੇ 'ਚ ਕੋਈ ਬਲ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਭ ਤੁਹਾਡੀ ਕਿਰਪਾ ਦਾ ਬਲ ਹੈ। ਤੁਸੀਂ ਥਾਪੀ ਦਿੰਦੇ ਹੋ ਤੇ ਮਹਾਰਾਜ ਅਸੀਂ ਸਭ ਕੁਝ ਕਰਦੇ ਹਾਂ। ਤੁਹਾਡੀ ਕਿਰਪਾ ਦਾ ਬਲ ਹੈ, ਸਾਡਾ ਕੋਈ ਬਲ ਨਹੀਂ ਹੈ। ਪਰ ਆਪ ਜੀ ਦੇ ਬਲ ਦੇ ਬਾਰੇ ਅਸੀਂ ਦੱਸਦੇ ਹਾਂ। ਤੁਹਾਡੀ ਕਿਰਪਾ ਨਾਲ, ਜੇ ਤੁਸੀਂ ਕਿਰਪਾ ਕਰਦੇ ਹੋ, ਅਸੀਂ ਸਭਾ 'ਚ ਸੱਚ ਦੱਸਦੇ ਹਾਂ। ਨਿਜ ਬਲ ਸ਼ਕਤ ਸਨਾਵਤ ਸਭੈ। ਤੇ ਆਪਣੀ ਸ਼ਕਤੀ ਦੱਸਦੇ ਹਾਂ ਮਹਾਰਾਜ, ਆਪਣਾ ਬਲ ਦੱਸਦੇ ਹਾਂ। ਤੁਮ ਢਿਗ ਰਾਜੇ ਜੇ ਇਨ ਰਾਜ। ਮਹਾਰਾਜ ਆ ਜਿਹੜੇ ਤੁਹਾਡੇ ਕੋਲ ਰਾਜੇ ਬੈਠੇ ਨੇ, ਉਹ ਪਹਿਲਵਾਨ ਸਿੱਧੇ ਹੀ ਰਾਜਿਆਂ ਦੇ ਕੰਨ ਖੋਲਣ ਲਈ ਬੋਲੇ। ਮਹਾਰਾਜ ਆ ਜਿਹੜੇ ਰਾਜੇ ਬੈਠੇ, ਜਿਨ੍ਹਾਂ ਦਾ ਆਲੇ ਦੁਆਲੇ ਪਹਾੜਾਂ ਵਿੱਚ ਰਾਜ ਹੈ, ਸਕਲ ਬਾਹਨੀ ਸਹਿਤ ਸਮਾਜ। ਇਹਨਾਂ ਦੀ ਜਿੰਨੀ ਫੌਜ ਹੈ, ਜਿੰਨਾ ਇਹਨਾਂ ਕੋਲ ਲਾਓ ਲਸ਼ਕਰ ਹੈ, ਜਿੰਨੇ ਇਹਨਾਂ ਕੋਲ ਪਾਵਰ ਵਾਲੇ ਬੜੇ ਬਲੀ ਪਹਿਲਵਾਨ ਹਨ, ਇਨ ਦੇਨ ਕੇ ਸੈਨ ਉਠਾਏ। ਇਹਨਾਂ ਦੋਵਾਂ ਦੀ ਸਾਰੀ ਫੌਜ ਨੂੰ ਚੁੱਕ ਕੇ ਨਿਜ ਹਾਥਨ ਤੇ ਦੇ ਉਲਟਾਏ। ਅਸੀਂ ਉਲਟਾ ਸਕਦੇ ਹਾਂ ਤੁਹਾਡੀ ਕਿਰਪਾ ਨਾਲ। ਤੁਹਾਡੀ ਕਿਰਪਾ, ਗੁਰੂ ਦੀ ਕਿਰਪਾ ਹੋਵੇ ਤੇ ਕੀੜੀ ਹਾਥੀ ਨੂੰ ਮਾਰ ਦਿੰਦੀ। ਮਹਾਰਾਜ ਤੁਹਾਡੀ ਕਿਰਪਾ ਹੋਵੇ ਤੇ ਇਹਨਾਂ ਰਾਜਿਆਂ ਦੀਆਂ ਰਿਆਸਤਾਂ ਉਲਟਾ ਕੇ ਰੱਖ ਦਈਏ। ਜਿਹੜੇ ਕਹਿਲੂਰ ਤੇ ਹੰਡੂਰ ਦੇ ਪਹਾੜ ਹਨ, ਦੋਹਮ
ਕਰੈ ਉਚਾਵਨ ਦੋਏ। ਇਹ ਦੋਵਾਂ ਹੱਥਾਂ ਦੇ ਚੁੱਕ ਕੇ ਉਲਟਾ ਦਈਏ। ਕਹੋ ਪਰਸਪਰ ਦੇਹ ਪਿਰਾਏ। ਜੇ ਤੁਸੀਂ ਕਹੋ ਤੇ ਕਹਿਲੂਰ ਤੇ ਹੰਡੂਰ ਦੀਆਂ ਪਹਾੜੀਆਂ ਨੂੰ ਆਪਸ ਚ ਭਿੜਾ ਕੇ ਫੇ ਦਈਏ। ਚੂਰਨ ਹੋਏ ਪਰ ਹੈ ਤਰ ਜਾਏ। ਇਹ ਚੂਰਨ ਕਰ ਦਈਏ, ਧਰਤੀ ਤੇ ਸਿੱਟ ਦਈਏ। ਹੁਕਮ ਆਪ ਕਰ ਬੇ ਕੀ ਦੇ। ਬਸ ਤੁਹਾਡੇ ਹੁਕਮ ਦੀ ਦੇਰ ਹੈ ਗੁਰੂ ਸੱਚੇ ਪਾਤਸ਼ਾਹ ਜੀ। ਕਹੋ ਕਰਹਿ ਨਹਿ ਬਿਲ ਮਹਿ ਫੇਰ। ਬਸ ਤੁਸੀਂ ਕਹੋ ਤੇ ਸਹੀ, ਜਰਾ ਮਾੜਾ ਹੁਕਮ ਤਾਂ ਦਿਓ, ਦੇਰੀ ਨਹੀਂ ਲਾਵਾਂਗੇ। ਕਹਿਓ ਹਮਾਰੋ ਕੂਰ ਨ ਜਾਣੋ। ਸਾਡਾ ਸੱਚੇ ਪਾਤਸ਼ਾਹ ਕਿਹਾ ਝੂਠ ਨਾ ਸਮਝ ਕੋਈ। ਦਖੋ ਕੂਰ ਪਤਿਆ ਬਨ ਠਾਨੋ। ਜੇ ਕਿਸੇ ਨੂੰ ਸ਼ੱਕ ਹੈ ਤੇ ਪਤਿਆ ਲਵੇ। ਰਾਜਿਆਂ ਨੂੰ ਸੁਣਾ ਰਹੇ ਸੀ ਪਹਿਲਵਾਨ, ਗੁਰੂ ਨੂੰ ਤਾਂ ਕਹਿ ਰਹੇ ਸੀ ਮਹਾਰਾਜ ਤੁਹਾਡੀ ਕਿਰਪਾ ਨਾਲ ਹੀ ਸਭ ਕੁਝ ਹੁੰਦਾ, ਤੇ ਰਾਜਿਆਂ ਦੇ ਕੰਨ ਖੋਲ ਰਹੇ ਸੀ ਵੀ ਐਵੇਂ ਨਾ ਸਮਝ ਲਿਆ ਜੇ ਵੰਗਾਂ ਪਾ ਕੇ ਨਹੀਂ ਬੈਠੇ, ਇੱਥੇ ਚੂੜੀਆਂ ਨਹੀਂ ਪਾਈਆਂ ਹੋਈਆਂ, ਸਾਡੀ ਪੂਰੀ ਤਿਆਰੀ ਹੈ, ਅਸੀਂ ਤੁਹਾਡੀਆਂ ਰਿਆਸਤਾਂ ਪੁੱਠੀਆਂ ਕਰ ਸਕਦੇ ਹਾਂ। ਸੁਣ ਤਿਨ ਤੇ ਰਾਜੇ ਔਰ ਡਰੇ। ਕਹਿੰਦੇ ਜਿਹੜੇ ਰਾਜੇ ਗੁਰੂ ਨੂੰ ਡਰਾਉਣ ਆਏ ਸੀ ਨਾ, ਗੁਰੂ ਦੇ ਸਿੱਖਾਂ ਦਾ ਬੋਲ ਬਾਲਾ ਸੁਣ ਕੇ ਹੀ ਡਰ ਗਏ। ਖਾਲਸਾ ਜੀ ਬੋਲ ਬਾਲਿਆਂ 'ਚ ਬੜੀ ਤਾਕਤ ਹੈ। ਆਪਾਂ ਅੱਜ ਕੱਲ੍ਹ ਬੋਲੇ ਹੀ ਢਿੱਲੇ ਕਰਤੇ। ਪਹਿਲਾਂ ਕੱਲਾ ਸਿੰਘ ਹੁੰਦਾ ਸੀ, ਉਹ ਕਹਿੰਦੇ 1.25 ਲੱਖ ਫੌਜ ਆ ਗਈ, ਤੇ ਹੁਣ ਮੈਂ ਇਕੱਲਾ ਹੀ ਹਾਂ ਜੀ। ਖਾਲਸਾ ਵੀ ਕਦੀ ਇਕੱਲਾ ਹੁੰਦਾ? ਖਾਲਸੇ ਦੇ ਨਾਲ ਦਾ ਗੁਰੂ ਹੈ, ਹਰ ਵੇਲੇ ਨਾਲ ਹੈ, ਤੇ ਖਾਲਸਾ 1.25 ਲੱਖ ਹੈ। ਚੜ੍ਹਦੀ ਕੱਲਾ ਸਿੰਘ 1.25 ਲੱਖ, ਤੇ ਜੇ 5 ਲੱਖ ਫੌਜਾਂ ਹੋ ਜਾਣ ਤੇ ਗੁਰੂ ਪਰਮੇਸ਼ਰ ਵਿੱਚ ਆ ਵਰਤਦਾ ਹੈ। ਇਸ ਕਰਕੇ ਮਹਾਰਾਜ ਦੇ ਸਿੱਖਾਂ ਨੇ ਇਹੋ ਜਿਹਾ ਬੋਲਾ ਮਾਰਿਆ, ਪਹਾੜੀਏ ਰਾਜੇ ਡਰ ਗਏ। ਮਹਾਤਰਾਸ ਤੇ ਕੰਪਾ ਧਰੇ। ਕਹਿੰਦੇ ਅੰਦਰੋਂ ਕੰਬਣ ਲੱਗ ਪਏ ਵੀ ਅਸੀਂ ਇਹਨਾਂ ਕੋਲੋਂ ਹਾਥੀ ਕੀ ਖੋਹਣਾ, ਕਿਤੇ ਸਾਡੇ ਜਿਹੜੇ ਹਾਥੀ ਨੇ ਉਹ ਹੀ ਨਾ ਇੱਥੇ ਰੱਖ ਲੈਣ, ਕਦੀ ਘੋੜੇ ਹੀ ਨਾ ਸਾਡੇ ਖੋਹ ਲੈਣ, ਇਹ ਤਾਂ ਬੜੇ ਬਲੀ ਹਨ। ਹਮਰੇ ਮਨ ਕੀ ਗੁਰ ਨੇ ਜਾਨੀ। ਇਹ ਵੀ ਸਮਝ ਗਏ ਵੀ ਗੁਰੂ ਕੋਲ ਕਰਾਮਾਤ ਵੀ ਹੈ, ਗੁਰੂ ਨੇ ਸਾਡੇ ਦਿਲ ਦੀ ਜਾਣ ਲਈ ਹੈ। ਗੁਰੂ ਬੁੱਝ ਗਿਆ ਵੀ ਸਾਡੇ ਦਿਲ 'ਚ ਬੇਈਮਾਨੀ ਹੈ, ਜਾਂ ਤੇ ਇਹ ਲੀਲਾ ਅਬਠਾਨੀ। ਤਾਂ ਇਹ ਗੁਰੂ ਨੇ ਕੁਸ਼ਤੀ ਕਰਵਾ ਕੇ ਇਹ ਪਹਿਲਵਾਨਾਂ ਵਾਲੀ ਲੀਲਾ ਸਾਨੂੰ ਦਿਖਾਈ ਹੈ। ਕਰਾਮਾਤ ਸਾਹਿਬ ਬੜ ਜਾਣੇ। ਇਹ ਗੁਰੂ ਸਾਹਿਬ ਕਰਾਮਾਤਾਂ ਦੇ ਮਾਲਕ, ਸ਼ਕਤੀਆਂ ਦੇ ਮਾਲਕ ਹਨ। ਰਾਜ ਹੰਕਾਰ ਆਪਨੋ ਹਾਨੇ। ਰਾਜਿਆਂ ਦੇ ਰਾਜ ਦਾ ਹੰਕਾਰ ਟੁੱਟ ਗਿਆ। ਉੱਠ ਦੋਨੋਂ ਤਬ ਚਰਨੀ ਪਰੇ। ਦੋਵੇਂ ਰਾਜੇ ਉੱਠ ਕੇ ਨਾ 7ਵੇਂ ਪਾਤਸ਼ਾਹ ਦੇ ਪੈਰੀ ਪੈ ਗਏ। ਨਿਰਹੰਕਾਰ ਬਿਨੈ ਬਹੁ ਕਰੇ। ਮਹਾਰਾਜ ਬਖਸ਼ ਲਓ, ਸਾਡੇ ਮਨ ਦਾ ਭਰਮ ਤੁਸੀਂ ਦੂਰ ਕਰਤਾ, ਸਾਡੇ ਤੇ ਕਿਰਪਾ ਬਣਾਈ ਰੱਖਿਆ ਜੇ, ਅੱਗੇ ਨੂੰ ਸਾਡਾ ਮਨ ਵਿੰਗਾ ਟੇਢਾ ਨਾ ਹੋਵੇ, ਇਹ ਕਿਰਪਾ ਰੱਖਿਆ ਜੇ। ਹਮ ਅਗਿਆਤ ਰਾਜ ਹੰਕਾਰੀ। ਅਸੀਂ ਰਾਜ ਦੇ ਹੰਕਾਰ ਵਿੱਚ ਮਹਾਰਾਜ ਆਪ ਦੀ ਮਹਿਮਾ ਨਹੀਂ ਜਾਣ ਸਕੇ। ਬੁੱਧੀ ਭੁੱਲਣ ਹਾਰ ਹਮਾਰੀ। ਸਾਡੀ ਬੁੱਧੀ ਭੁੱਲਣ ਹਾਰ ਹੈ, ਭੁੱਲ ਗਏ ਆ, ਮਾਫ ਕਰ ਦਿਓ ਗੁਰੂ ਜੀ। ਬਖਸ਼ ਲੇਹ ਪ੍ਰਭ ਕਰੁਣਾ ਕਰਕੇ। ਬਖਸ਼ ਦਿਓ, ਸਾਡੇ ਤੇ ਕਿਰਪਾ ਕਰਕੇ ਸਾਡੀ ਗਲਤੀ ਮਾਫ ਕਰ ਦਿਓ। ਦਾਸ ਆਪਣੇ ਹਿਰਦੇ ਵਿੱਚ ਰਖਿਆ। ਸਾਨੂੰ ਆਪਣੇ ਦਾਸ ਸਮਝੋ, ਅਸੀਂ ਤੁਹਾਡੇ ਸੇਵਕ ਬਣੇ ਰਹੀਏ। ਬਿਕਸੇ ਸਤਿਗੁਰ ਪਿਖੇ ਨਰੇਸ਼। ਮਹਾਰਾਜ ਰਾਜਿਆਂ ਦੀ ਗੱਲ ਸੁਣ ਕੇ ਹੱਸ ਪਏ। ਕਿਰਪਾ ਠਾਨ ਕੀ ਨਿਸ ਉਪਦੇਸ਼। ਤੇ ਮਹਾਰਾਜ ਮਿਹਰ ਦੇ ਘਰ ਚ ਆ ਕੇ ਰਾਜਿਆਂ ਨੂੰ ਵੀ ਚੰਗੇ ਰਾਹ ਚੱਲਣ ਦਾ ਉਪਦੇਸ਼ ਦਿੱਤਾ 7ਵੇਂ ਪਾਤਸ਼ਾਹ ਜੀ ਨੇ। ਗੁਰ ਕਰ ਸੋ ਹੰਕਾਰ ਨ ਕਰੀਏ। ਮਹਾਰਾਜ ਕਹਿੰਦੇ ਰਾਜਾ, ਇਹ ਗੁਰੂ ਨਾਨਕ ਦੀ ਗੱਦੀ ਹੈ, ਇਹ ਬਾਬੇ ਨਾਨਕ ਦਾ ਘਰ ਹੈ, ਇਹਦੇ ਨਾਲ ਹੰਕਾਰ ਨਹੀਂ ਕਰੀਦਾ, ਮੱਥਾ ਨਹੀਂ ਲਾਈਦਾ। ਨਹੀਂ ਆਪ ਕੋ ਅਦਰ ਵਿਚਾਰੀਆ ਹੈ। ਆਪਣੇ ਆਪ ਨੂੰ ਗੁਰੂ ਘਰ ਤੋਂ ਨੀਵੇਂ ਬਣ ਕੇ ਰਹੀਦਾ, ਵੱਡੇ ਨਹੀਂ ਬਣਾਈਦਾ। ਦੋਹਰਾ ਸਨ ਸਤਿਗੁਰ ਉਪਦੇਸ਼ ਕੋ। ਗੁਰੂ ਸਾਹਿਬ ਦਾ ਇਹ ਉਪਦੇਸ਼ ਸੁਣ ਕੇ ਨਮਰ ਤੇਜ ਹੰਕਾਰ। ਰਾਜੇ ਦਾ ਮਨ ਨੀਵਾਂ ਹੋ ਗਿਆ, ਸਿਰ ਗੁਰੂ ਦੇ ਚਰਨਾਂ 'ਚ ਝੁਕ ਗਿਆ, ਅੱਗੇ ਨੂੰ ਅਕਲ ਆ ਗਈ। ਵਿਦਾ ਹੋਏ ਗਮ ਨੇ ਸਦਨ। ਤੇ ਮਹਾਰਾਜ ਕੋਲੋਂ ਖੁਸ਼ੀ ਲੈ ਕੇ 1-2 ਦਿਨ ਰਹਿ ਕੇ ਫਿਰ ਵਾਪਸ ਆਪਣੀਆਂ ਰਾਜਧਾਨੀਆਂ ਨੂੰ ਚਲੇ ਗਏ। ਰਾਜੇ ਜਗਮ ਉਦਾਰ। ਇਹ ਕਹਿਲੂਰ ਤੇ ਹੰਡੂਰ ਦੇ ਦੋਵੇਂ ਰਾਜੇ ਵਾਪਸ ਚਲੇ ਗਏ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਮਹਾਰਾਜ 7ਵੇਂ ਪਾਤਸ਼ਾਹ ਬਲੀ ਸਨ। ਗੁਰੂ ਹਰਿਰਾਏ ਸਾਹਿਬ ਜੀ, ਉਹਨਾਂ ਨੇ ਹੰਕਾਰੀ ਰਾਜਿਆਂ ਦਾ ਹੰਕਾਰ ਇਸ ਵਿਧੀ ਨਾਲ ਤੋੜ ਦਿੱਤਾ। ਲੜਾਈ ਕਰਨ ਦੀ ਵੀ ਲੋੜ ਨਹੀਂ ਪਈ, ਉਦਾਂ ਹੀ ਡਰਾ ਦਿੱਤਾ। ਸੋ ਅੱਗੇ ਕਥਾ ਆਪਾਂ ਪ੍ਰੇਮ ਨਾਲ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਮੋਹਿ ਮਇਆ ਧਾਰ, ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜੇ ਹੈ,
ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ। ਹਰ ਨਾਲ ਰੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ।